ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਜੀ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ੍ਰੀ ਚੰਡੀ ਖੰਡਨ ਦੁਸ਼ਟ, ਭੁਜ ਦੰਡਨ ਬਰਬੰਡ। ਜਗ ਮੰਡਨ ਪਦ ਬੰਦਨਾ, ਜਾਂ ਕੋ ਤੇਜ ਪ੍ਰਚੰਡ। ਸ਼੍ਰੀ ਚੰਡੀ ਖੰਡਨ ਦੁਸ਼ਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਪੂਰਨ ਪਰਮੇਸ਼ਰ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪੰਥ ਦੇ ਵਾਲੀ, ਸਾਹਿਬੇ ਕਮਾਲ, ਅੰਮ੍ਰਿਤ ਕੇ ਦਾਤੇ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ, ਜਾਗਦੀ ਜੋਤ, ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ, ਗੁਰੂ ਪਿਆਰੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਕਰਮਾਂ ਵਾਲੇ, ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ, ਜੋ ਸੰਧਿਆ ਦੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ, ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਦੀ ਕਿਰਪਾ ਸਦਕਾ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ, ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਜਸ ਦੀ ਕਥਾ ਹੋ ਰਹੀ ਹੈ। ਆਪ ਜੀ ਨੇ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਕਿ ਬਾਬਾ ਕਲਿਆਣ ਚੰਦ ਜੀ ਦੇ ਕਹਿਣੇ ਕਰਕੇ ਕਿ ਪੁੱਤਰ ਜੀ ਹੁਣ ਤੁਸੀਂ
ਇਵੇਂ ਪਸ਼ੂਆਂ ਨੂੰ ਜਿਹੜਾ ਚਾਰਿਆ ਕਰੋ, ਤਾਂ ਜੋ ਤੁਸੀਂ ਆਪਣੇ ਕੰਮ ਵਿੱਚ ਪਰਚੇ ਰਹੋਗੇ। ਗੁਰੂ ਨਾਨਕ ਸਾਹਿਬ ਜੀ ਨੇਤੀ ਪਸ਼ੂਆਂ ਨੂੰ ਚਾਰਨ ਜਾਂਦੇ ਹੈ। ਆਪਣੀ ਮੌਜ ਲੀਲਾ ਵਿੱਚ ਆ ਕੇ ਪਸ਼ੂਆਂ ਨੂੰ ਹਰੀ ਹਰੀ ਘਾਹ ਖਵਾਉਂਦੇ ਹੈ। ਇਸ ਤਰ੍ਹਾਂ ਮਹਾਰਾਜ ਵਿਸਾਖ ਦਾ ਮਹੀਨਾ ਚੱਲ ਰਿਹਾ ਸੀ। ਜਿਹੜੀ ਗਰਮੀ ਹੈ ਉਹ ਬੜੀ ਪੈ ਰਹੀ ਹੈ। ਉੱਧਰੋਂ ਬਸੰਤ ਰੁੱਤ ਦੇ ਸਦਕਾ ਹੀ ਜਿਹੜੇ ਫਲ ਹੈ, ਫੁੱਲ ਹੈ, ਬੂਟੇ, ਦਰਖਤ ਬੜੇ ਖਿੜੇ ਹੋਏ ਹੈ। ਮਹਾਰਾਜ ਜੀ ਪਸ਼ੂ ਲੈ ਕੇ ਜਾਂਦੇ ਹੈ, ਸਵਖਤੇ ਚਲੇ ਜਾਂਦੇ ਹੈ ਅਤੇ ਸਾਰਾ ਐਵੇਂ ਦਿਨ ਜੰਗਲ 'ਚ ਗੁਜ਼ਾਰਦੇ ਸੀ। ਦੁਪਹਿਰ ਦਾ ਸਮਾਂ ਆਇਆ, ਇੱਕ ਰੁੱਖ ਦੇ ਹੇਠਾਂ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹੋਏ ਹੈ। ਪਸ਼ੂ ਤਾਂ ਐਵੇਂ ਚਰ ਰਹੇ ਹੈ ਘਾਹ। ਗੁਰੂ ਸਾਹਿਬ ਜੀ ਉਹ ਦਰਖਤ ਦੇ ਹੇਠਾਂ ਵਿਸ਼ਰਾਮ ਕਰਨ ਵਾਸਤੇ ਵਿਛਾਉਣਾ ਜਿਹਾ ਵਿਛਾ ਕੇ ਇੱਕ ਚਿੱਟੀ ਚਾਦਰ ਵਿਛਾ ਲਈ ਹੈ, ਉਸ ਉੱਪਰ ਬਿਰਾਜਮਾਨ ਹੋ ਗਏ। ਜਦੋਂ ਸਮਾਂ ਜਿਹਾ ਥੋੜ੍ਹਾ ਢਲਿਆ ਹੈ, ਸੂਰਜ ਪੱਛਮ ਦੀ ਦਿਸ਼ਾ ਨੂੰ ਜਾ ਰਿਹਾ ਹੈ, ਗੁਰੂ ਜੀ ਦੇ ਪਵਿੱਤਰ ਮੁੱਖ ਉੱਪਰ ਧੁੱਪ ਬੜੀ ਆ ਗਈ ਹੈ। ਧੁੱਪ ਕਰਕੇ ਗੁਰੂ ਜੀ ਦੇ ਸੁੰਦਰ ਮੁਖੜੇ ਉੱਪਰ ਪਸੀਨਾ ਮੁੜਕਾ ਜਿਹਾ ਵੀ ਆ ਗਿਆ ਹੈ। ਮਹਾਰਾਜ ਤੇ ਸਮਾਧੀ ਲੀਨ ਹੈ। ਕੋਈ ਵੀ ਗੁਰੂ ਜੀ ਹਿਲ ਜੁਲ ਨਹੀਂ ਕਰ ਰਹੇ, ਆਪਣੇ ਮਸਤ ਆਨੰਦ ਵਿੱਚ ਹਨ। ਸ਼ੇਸ਼ਨਾਗ ਨੇ ਜਾਣਿਆ ਹੈ, ਜੋ ਅੰਤਰਜਾਮਤਾ ਰੱਖਦਾ ਹੈ ਸ਼ੇਸ਼ਨਾਗ ਭਗਤ ਪਰਮੇਸ਼ਰ ਦਾ, ਵੀ ਗੁਰੂ ਨਾਨਕ ਸਾਹਿਬ ਜਿਵੇਂ ਵਿਸ਼ਰਾਮ ਕਰਨ ਦੇ ਮਿਲਾਪੀ ਹੋਏ। ਮੈਨੂੰ ਇਹਨਾਂ ਦੀ ਸੇਵਾ ਕਰਨੀ ਚਾਹੀਦੀ। ਧੁੱਪ ਆ ਗਈ ਇਹਨਾਂ ਦੇ ਸੀਸ ਉੱਪਰ। ਸ਼ੇਸ਼ਨਾਗ ਨੇ ਚਿੱਟਾ ਜਿਹਾ ਉੱਜਲ ਰੂਪ ਧਾਰ ਕੇ ਧਰਤੀ ਉੱਪਰ ਆਇਆ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਉੱਪਰ ਮੱਥਾ ਟੇਕ ਕੇ 3 ਪ੍ਰਦਖਣਾ ਕੀਤੀਆਂ ਸਤਿਕਾਰ ਵਜੋਂ। ਮੱਥਾ ਟੇਕ ਕੇ ਫਿਰ ਇਹਨੇ ਜਿੱਧਰ ਗੁਰੂ ਜੀ ਦਾ ਸੀਸ ਹੈ ਉਸ ਪਾਸੇ ਵੱਲ ਹੋ ਕੇ ਆਪਣਾ ਜਿਹੜਾ ਫਨ ਹੈ ਬੜਾ ਚੌੜਾ ਜਿਹੜਾ ਉੱਪਰ ਵਿਸਥਾਰ ਕਰ ਦਿੱਤਾ, ਫੈਲਾ ਦਿੱਤਾ। ਦੂਰੋਂ ਵੇਖਣ 'ਚ ਇਵੇਂ ਲੱਗੇ ਕਿ ਜਿਵੇਂ ਕੋਈ ਚਾਦਰ ਜਿਹੜੀ ਤਾਣੀ ਹੈ ਚਿੱਟੇ ਰੰਗ ਦੀ। ਕਿੰਨਾ ਉਹ ਵੱਡਾ ਸਰੂਪ ਧਾਰਨ ਕੀਤਾ। ਗੁਰੂ ਜੀ ਦੇ ਸੀਸ ਉੱਪਰ ਛਾਂ ਕਰ ਦਿੱਤੀ ਹੈ ਅਤੇ ਗੁਰੂ ਜੀ ਆਨੰਦ ਵਿੱਚ ਹਨ, ਸਮਾਧੀ ਵਿੱਚ ਲੀਨ ਹੈ। ਇੱਧਰੋਂ ਰਾਏ ਬਲਾਰ ਰਾਏ ਭੋਏ ਦੀ ਤਲਵੰਡੀ ਨਗਰ ਵੱਲ ਨੂੰ ਆ ਰਿਹਾ ਸੀ, ਕਿਸੇ ਪਾਸੇ ਹੋਰ ਗਿਆ ਹੋਇਆ ਸੀ। ਜਦੋਂ ਉਹ ਇੱਧਰ ਆਇਆ, ਉਹਨੇ ਦੂਰੋਂ ਵੇਖਿਆ ਵੀ ਆ ਕਿਹੜਾ ਜਿਹੜਾ ਹੈ ਚਿੱਟੀ ਚਾਦਰ ਤਾਣ ਕੇ ਅਤੇ ਰੁੱਖ ਦੀ ਛਾਂ ਨੂੰ ਛੱਡ ਕੇ ਪਿਆ ਹੋਇਆ ਹੈ। ਨੇੜੇ ਜੇ ਆ ਕੇ ਥੋੜ੍ਹਾ ਵੇਖਿਆ, ਉਹ ਸ਼ੇਸ਼ਨਾਗ ਜਿਸ ਨੇ ਚਿੱਟਾ ਰੂਪ ਧਾਰਨ ਕੀਤਾ ਸੀ, ਐਵੇਂ ਮੁੱਖ ਜਿਹਾ ਦੇਖਿਆ ਅਤੇ ਜ਼ੁਬਾਨ ਜਿਹੜੀ ਰਸਨਾ ਜੀ ਫਰਕਦੀ ਹੋਈ ਵੇਖੀ। ਰਾਏ ਬਲਾਰ ਤਾਂ ਉੱਥੇ ਡਰ ਗਿਆ। ਕਹਿੰਦਾ ਵੀ ਆਹ ਤਾਂ ਐਡਾ ਵੱਡਾ ਇਹ ਫਣ ਦੇ ਆਕਾਰ ਵਾਲਾ ਸੱਪ ਹੈ, ਇਹਨੇ ਤਾਂ ਜ਼ਰੂਰ ਇਹ ਬੱਚੇ ਨੂੰ, ਬਾਲਕ ਗੁਰੂ ਨਾਨਕ ਸਾਹਿਬ ਨੂੰ ਖਾ ਲਿਆ ਹੈ, ਡਸ ਦਿੱਤਾ ਹੈ। ਫਿਰ ਵਿਚਾਰਦਾ ਜੇ ਜੀਂਦੇ ਰਹੇ ਨਾ, ਇਹ ਜ਼ਰੂਰ ਕੋਈ ਨਾ ਕੋਈ ਅਵਤਾਰੀ ਹੈ। ਫਿਰ ਤਾਂ ਮੈਂ ਮੰਨਾਂਗਾ ਵੀ ਇਹ ਖੁਦਾ ਆਪ ਹੀ ਆਇਆ ਹੋਇਆ ਹੈ। ਥੋੜ੍ਹਾ ਨੌਕਰ ਨੂੰ ਭੇਜਿਆ, ਨੌਕਰ ਦੇ ਖੜਕੇ ਜੇ ਕਰਕੇ ਸ਼ੇਸ਼ਨਾਗ ਤੇ ਗੁਪਤ ਹੋ ਗਿਆ ਹੈ, ਧੱਸ ਗਿਆ ਪਤਾਲ ਵਿੱਚ। ਰਾਏ ਬਲਾਰ ਵੀ ਗਾਨ ਹੋ ਕੇ ਗਿਆ। ਘੋੜੇ ਦੇ ਖੁਰ ਦਾ ਖੜਕਾ ਜਿਹਾ ਹੋਇਆ। ਗੁਰੂ ਨਾਨਕ ਸਾਹਿਬ ਜੀ ਸੁਚੇਤ ਹੋ ਗਏ, ਉੱਠ ਖੜ੍ਹੇ ਹੋਏ ਹੈ ਵੀ ਰਾਏ ਬਲਾਰ ਰਾਜਾ ਹੈ ਆਪਣੇ ਨਗਰਾਂ ਦਾ, ਫਿਰ ਬਜ਼ੁਰਗ ਹੈ, ਸਤਿਕਾਰ ਵਜੋਂ ਐਵੇਂ ਨਮਸਕਾਰ ਕੀਤੀ ਹੈ ਹੱਥ ਜਿਹੇ ਜੋੜ ਕੇ। ਰਾਏ ਬਲਾਰ 'ਤੇ ਵੇਖ ਕੇ ਹੈਰਾਨ ਹੋ ਗਿਆ ਸੀ ਵੀ ਸੱਪ ਸੇਵਾ ਇਹਨਾਂ ਦੀ ਕਰ ਰਿਹਾ ਹੈ, ਅਤੇ ਮਹਾਨ ਪੁਰਖ ਹੈ ਕੋਈ। ਕੁੱਟ ਕੇ ਗਲ ਵਕੜੀ ਪਾ ਲਈ ਹੈ ਗੁਰੂ ਸਾਹਿਬ ਜੀ ਨੂੰ, ਗਲਾ ਰੁਕ ਗਿਆ ਹੈ। ਐਸਾ ਪ੍ਰੇਮ ਵਿੱਚ ਭਿੱਜ ਗਿਆ ਰਾਏ ਬਲਾਰ, ਮੂੰਹੋਂ ਗੱਲ ਹੀ ਨਹੀਂ ਕੋਈ ਹੋ ਰਹੀ, ਇੰਨੀ ਖੁਸ਼ੀ ਅੰਦਰ ਨੇਤਰਾਂ 'ਚ ਜਲ ਵਹਿ ਰਿਹਾ ਹੈ। ਮਨ 'ਚ ਵਿਚਾਰਦਾ ਕਿ ਮਨਾ ਖੁਦਾ ਹੀ ਜਿਹੜਾ ਹੈ ਸਰੀਰ ਧਾਰ ਕੇ ਤੇਰੇ ਇਲਾਕੇ ਵਿੱਚ ਵਸ ਰਿਹਾ ਹੈ,
ਇਹ ਤੇ ਮੇਰਾ ਸੰਸਾਰ ਦੇ ਮੋਹ ਬੰਧਨ ਦੂਰ ਕਰ ਦੇਣਗੇ। ਰਾਏ ਬੁਲਾਰ ਘਰ ਚਲਾ ਗਿਆ ਹੈ। ਬਾਬਾ ਕਲਿਆਣ ਚੰਦ ਜੀ ਨੂੰ ਬੁਲਾਇਆ। ਉਹਨਾਂ ਨੂੰ ਵੀ ਦੱਸਿਆ ਵੀ ਵੇਖਿਓ ਕਿਤੇ ਪੁੱਤਰ ਨੂੰ ਪੁੱਤਰ ਨਾ ਜਾਣਿਓ ਤੇ ਖੁਦਾ ਹੈ, ਉਹਨਾਂ ਵਿੱਚ ਸ਼ਰਧਾ ਰੱਖਿਓ। ਤੁਹਾਡਾ ਸੁਭਾਅ ਤਾਂ ਇਹੋ ਜਿਹਾ ਹੀ ਹੈ ਕਿ ਤੁਸੀਂ ਐਵੇਂ ਬੋਲ ਕਬੋਲ ਕਰ ਦਿੰਦੇ ਹੋ। ਗੁਰੂ ਨਾਨਕ ਸਾਹਿਬ ਨੂੰ ਮੁੱਖੋਂ ਕੁਝ ਨਾ ਕਿਓ, ਕੱਪੜਾ ਵਸਤਰ ਆਦਿਕ ਬੜੇ ਸਨਮਾਨ ਨਾਲ ਦਿਓ। ਬਾਬਾ ਕਲਿਆਣ ਚੰਦ ਜੀ ਉੱਪਰ ਕੋਈ ਸ਼ਰਧਾ ਨਹੀਂ ਹੈ ਹਿਰਦੇ 'ਚ, ਕਿਉਂਕਿ ਮੋਹ ਜਿਹੜਾ ਹੈ ਨਾ, ਜਿਹੜੇ ਮਾਇਆ ਦਾ ਮੋਹ ਬੜਾ ਪ੍ਰਬਲ ਭਾਰੀ ਪਿਆ ਹੋਇਆ ਹੈ। ਗੁਰੂ ਸਾਹਿਬ ਜੀ ਨੇ ਕਲਾ ਵਰਤਾਈ ਹੋਈ ਹੈ। ਜਿੱਥੇ ਮਾਇਆ ਦਾ ਮੋਹ ਹੈ ਉੱਥੇ ਸੰਤਤਾਈ ਨਹੀਂ ਦਿਖਦੀ ਹੈ। ਮਾਇਆ ਨੇ ਜਿਨ੍ਹਾਂ ਨੂੰ ਮੋਹ ਲਿਆ ਹੈ ਉਹ ਵਿਚਾਰੇ ਮੋਹੇ ਗਏ ਹੈ। ਗੁਰੂ ਸੰਤ ਕੁਝ ਨਹੀਂ ਦਿਸਦਾ ਹੈ। ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸकी ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ। ਮਾਇਆ ਦੇ ਸਭਨੀ ਰੂਪ ਹੋ ਕੇ ਚੰਬੜੀ ਹੋਈ ਹੈ। ਬਾਬਾ ਕਲਿਆਣ ਚੰਦ ਜੀ ਉੱਪਰ ਵੀ ਮਾਇਆ ਦਾ ਮੋਹ ਬੜਾ ਭਾਰੀ ਪਿਆ ਹੋਇਆ ਹੈ। ਗੁਰੂ ਜੀ ਨੇ ਅੰਤਲੇ ਸਮੇਂ ਉਹ ਨਿਵਰਤ ਕੀਤਾ ਸੀ, ਜਿਸ ਕਰਕੇ ਸ਼ਰਧਾ ਤਾਂ ਨਹੀਂ ਹੈ ਕੋਈ ਇੰਨੀ। ਰਾਏ ਬੁਲਾਰ ਦੀ ਗੱਲ ਜੀ ਸੁਣ ਕੇ ਕਿਹਾ ਵੀ ਜਿਵੇਂ ਤੁਸੀਂ ਕਹਿੰਦੇ ਠੀਕ ਹੈ, ਮੰਨ ਲੈਂਦੇ ਹਾਂ, ਹੋਊ ਕੋਈ ਸ਼ਕਤੀ ਤੇ ਵੇਖ ਲਾਂਗੇ ਕਿਤੇ ਆਪਾਂ ਵੀ। ਇਵੇਂ ਕਹਿ ਕੇ ਘਰ ਨੂੰ ਆ ਗਿਆ। ਉਂਝ ਖੁਸ਼ ਬਹੁਤ ਹੈ। ਗੁਰੂ ਨਾਨਕ ਸਾਹਿਬ ਜਿਵੇਂ ਕੌਤਕ ਕਰ ਰਹੇ ਹੈ। ਮਾਤਾ ਜੀ ਨੇ ਹੁਣ ਵਰਜਿਆ ਹੈ ਕਿ ਗੁਰੂ ਨਾਨਕ ਸਾਹਿਬ ਪੁੱਤਰ ਜੀ ਘਰ ਵਿੱਚ ਹੀ ਰਹਿਣਾ ਤੁਸਾਂ ਨੇ, ਹੁਣ ਨਹੀਂ ਜੰਗਲ ਵਿੱਚ ਜਾਇਆ ਕਰਨਾ, ਤੁਹਾਡੇ ਅੰਗ ਕਮਜ਼ੋਰ ਹੋ ਗਏ ਹੈ, ਘਰੇ ਰਹਿ ਕੇ ਖੇਡਿਆ ਕਰੋ। ਤੁਹਾਡੇ ਦਰਸ਼ਨਾਂ ਦੇ ਬਿਨਾਂ ਮੇਰਾ ਚੈਨ ਮੈਨੂੰ ਨਹੀਂ ਆਉਂਦਾ ਹੈ, ਮੈਨੂੰ ਸ਼ਾਂਤੀ ਨਹੀਂ ਆਉਂਦੀ ਮਾਂ ਨੂੰ, ਘਰੇ ਰਿਹਾ ਕਰੋ। ਇਵੇਂ ਗੁਰੂ ਨਾਨਕ ਸਾਹਿਬ ਜੀ ਹੁਣ ਘਰੇ ਰਹਿੰਦੇ ਹੈ। ਜਿਵੇਂ ਇੱਥੇ ਗੁਰੂ ਜੀ ਕੌਤਕ ਕਰਦੇ ਹੈ, ਉਹ ਪ੍ਰਸੰਗ ਅੱਜ ਆ ਰਹੇ ਹੈ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਚੰਡੀ ਖੰਡਨ ਦੁਸ਼ਟ। ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਸਭ ਤੋਂ ਪਹਿਲਾਂ ਮੰਗਲ ਕੀਤਾ ਹੈ ਸਾਰਦਾ ਦਾ। ਜੋ ਕਮੀਆਂ ਨੇ ਧਰੁਆ ਇੱਕ ਨਿਯਮ ਧੁਰਾ ਬੰਨਿਆ ਹੈ, ਉਸ ਧੁਰੇ ਨੂੰ ਮਰਿਆਦਾ ਅਨੁਸਾਰ ਇਵੇਂ ਸਾਰਦਾ ਦਾ ਮੰਗਲ ਕੀਤਾ, ਸਰਸਵਤੀ ਦਾ। ਜਿਹੜੇ ਕੋਈ ਮਹਾਂਪੁਰਸ਼ ਹੈ, ਬ੍ਰਹਮ ਗਿਆਨੀ, ਗੁਰੂ ਦੀ ਮੱਤ ਵਾਲੇ, ਗੁਰਮੁਖ ਜਨ, ਗੁਰਸਿੱਖੀ ਜੀਵਨ ਵਾਲੇ, ਉਹ ਸੰਪਰਦਾਇ ਮਹਾਂਪੁਰਖ ਇਸੇ ਮੰਗਲ ਨੂੰ ਥੋੜ੍ਹਾ ਇਸ ਤਰ੍ਹਾਂ ਅਰਥ ਕਰ ਲੈਂਦੇ ਹੈ ਕਿ ਇਹ ਜਿਹੜਾ ਕਵੀ ਜੀ ਨੇ ਵਾਹਿਗੁਰੂ ਦੀ ਜੋਤ ਦਾ ਮੰਗਲ ਕੀਤਾ ਹੈ, ਜਿਹੜੇ ਤੀਕਸ਼ਣ ਬੁੱਧੀ ਜਿਨ੍ਹਾਂ ਮਹਾਂਪੁਰਖਾਂ ਦੀ, ਇਵੇਂ ਉਹ ਅਰਥ ਕਰ ਲੈਂਦੇ ਹੈ। ਇੱਥੇ ਭਾਈ ਸੰਤੋਖ ਸਿੰਘ ਜੀ ਨੇ ਜਿਹੜਾ ਪਹਿਲਾ ਮੁੱਖ ਅਰਥ ਕੀਤਾ ਹੈ, ਪਹਿਲਾਂ ਆਪਾਂ ਉਸ ਨੂੰ ਸਰਵਣ ਕਰੀਏ। ਸ੍ਰੀ ਚੰਡੀ ਖੰਡਨ ਦੁਸ਼ਟ। ਚੰਡੀ ਸਾਰਦਾ ਵਿਦਿਆ ਦੀ ਦਾਤੀ ਦਾ ਇੱਕ ਨਾਮ ਹੈ, ਚੰਡਿਕਾ ਸਤਿਕਾਰ ਕਰਕੇ। ਸ੍ਰੀ ਜੋ ਚੰਡੀ ਹੈ, ਸਰਸਵਤੀ ਦਾ ਇੱਕ ਨਾਮ, ਜੋ ਦੁਸ਼ਟਾਂ ਨੂੰ ਖੰਡਣ ਵਾਲੀ ਹੈ, ਟੋਟੇ ਟੋਟੇ ਕਰਕੇ ਨਾਸ ਕਰਨ ਵਾਲੀ ਹੈ, ਚੰਡਿਕਾ ਦੇਵੀ। ਭੁਜ ਦੰਡਨ ਬਰਬੰਡ। ਜਿਸ ਦੀਆਂ ਭੁਜ ਬਾਹਾਂ ਬੜੀਆਂ ਡੰਡੇ ਵਾਂਗ ਮਜ਼ਬੂਤ ਹੈ, ਮਜ਼ਬੂਤ ਬਾਹਾਂ ਵਾਲੀ, ਵਰਾਂ ਨੂੰ ਵੰਡਣ ਵਾਲੀ, ਬੜੇ ਬਲ ਵਾਲੀ। ਜਗ ਮੰਡਨ ਪਦ ਬੰਦਨਾ। ਜੋ ਸਾਰਦਾ ਚੰਡਿਕਾ ਇਹ ਜਗਤ ਸੰਸਾਰ ਨੂੰ ਮੰਡਣ ਵਾਲੀ ਹੈ, ਸਜਾਉਣ ਵਜਾਉਣ ਸਵਾਰਨ ਵਾਲੀ ਹੈ। ਉਸ ਦੇ ਚਰਨਾਂ ਉੱਪਰ ਭਾਈ ਸੰਤੋਖ ਸਿੰਘ ਜੀ ਕਹਿੰਦੇ, ਐਸੀ ਜੋ ਉਜਲ ਬੁੱਧੀ ਸਾਰਦਾ ਹੈ, ਸ੍ਰੇਸ਼ਟ ਗੁਣਾਂ ਦਾ ਦਾਨ ਦੇਣ ਵਾਲੀ, ਰਸਾਂ ਦੇ ਸਹਿਤ ਵਾਲੀ, ਉਸ ਨੂੰ ਮੈਂ ਨਮਸਕਾਰ ਕਰਦਾ ਹਾਂ।
ਇਹ ਜੋ ਕਵੀਆਂ ਦੀ ਮਰਿਆਦਾ ਦਾ ਧੁਰਾ ਹੈ ਉਸ ਮੁਤਾਬਕ ਕਹਿੰਦੇ ਹੈ। ਜਾਂ ਕੋ ਤੇਜ ਪ੍ਰਚੰਡ, ਜਿਸ ਆਸਾਰ ਦਾ ਚੰਡਕਾ ਦਾ ਬੜਾ ਤੇਜ ਪ੍ਰਚੰਡ ਤਿੱਖਾ ਤੇਜ ਹੈ, ਬਹੁਤ ਅਸਹਿ ਝੱਲਿਆ ਨਾ ਸਕਿਆ, ਝੱਲਿਆ ਨਾ ਜਾਣ ਵਾਲਾ, ਝੱਲ ਨਾ ਸਕਣ ਵਾਲਾ ਐਸਾ ਤੇਜ ਪ੍ਰਤਾਪ। ਭਾਈ ਸੰਤੋਖ ਸਿੰਘ ਜੀ ਨੇ ਜੋ ਕਵੀਆਂ ਦੀ ਮਰਿਆਦਾ ਹੈ, ਧੁਰਾ ਨਿਯਮ ਹੈ, ਉਸ ਨੂੰ ਨਿਭਾਉਂਦੇ ਹੋਏ ਇਹ ਮੰਗਲ ਪਹਿਲਾਂ ਕੀਤਾ। ਸਾਰਦਾ ਦਾ ਮਹਾਂਪੁਰਸ਼ ਐਵੇਂ ਅਰਥ ਕਰ ਲੈਂਦੇ ਦੂਸਰਾ ਕਿ ਇਹ ਭਾਈ ਸੰਤੋਖ ਸਿੰਘ ਜੀ ਨੇ ਜਿਹੜੀ ਵਾਹਿਗੁਰੂ ਦੀ ਜੋਤ ਹੈ, ਬੇਅੰਤ ਸ਼ਕਤੀ, ਉਹਦਾ ਮੰਗਲ ਕੀਤਾ ਹੈ। ਜਿਵੇਂ ਮਹਾਂਪੁਰਖ ਸੰਪਰਦਾਈ ਟਕਸਾਲਾਂ ਵਿੱਚ ਅਰਥ ਕਰਾਉਂਦੇ, ਦੂਸਰਾ ਅਰਥ ਵੀ ਸੁਣੀਏ। ਸ੍ਰੀ ਚੰਡੀ ਖੰਡਨ ਦੁਸ਼ਟ, ਸ੍ਰੀ ਜੋ ਸੋਭਾ ਵਾਲੀ ਚੰਡੀ ਜਿਵੇਂ ਬੜੀ ਤੇਜ ਤਰਾਰੀ ਤਿੱਖੀ ਹੈ, ਬਹੁਤ ਅਸਹਿ, ਜਿਸ ਦਾ ਤੇਜ ਝੱਲਿਆ ਨਾ ਜਾਣ ਵਾਲਾ। ਇਵੇਂ ਜੋ ਵਾਹਿਗੁਰੂ ਦੀ ਜੋਤ ਹੈ, ਪਰਮੇਸ਼ਰ ਵਾਹਿਗੁਰੂ ਦੀ ਬੇਅੰਤ ਸ਼ਕਤੀ, ਜਦੋਂ ਉਹ ਗੁਰੂ ਦੇ ਉਪਦੇਸ਼ ਰਾਹੀਂ ਜਾਂ ਕਮਾਈ ਕਰਕੇ ਇਵੇਂ ਪ੍ਰਗਟ ਹੋ ਜਾਂਦੀ ਹੈ ਹਿਰਦੇ ਵਿੱਚ। ਇੱਧਰ ਤੇ ਹੈ ਨਾ ਚੰਡੀ ਦੇਵੀ, ਜਿਵੇਂ ਦੁਸ਼ਟਾਂ ਨੂੰ ਨਾਸ ਕਰਨ ਵਾਲੀ, ਟੋਟੇ ਟੋਟੇ ਕਰਨ ਵਾਲੀ ਹੈ। ਉੱਧਰ ਵਾਹਿਗੁਰੂ ਦੀ ਜਿਹੜੀ ਜੋਤ ਹੈ, ਬੇਅੰਤ ਸ਼ਕਤੀ, ਜਦੋਂ ਉਹ ਵਾਹਿਗੁਰੂ ਦੇ ਉਪਦੇਸ਼ ਰਾਹੀਂ ਕਮਾਉਣ ਕਰਕੇ ਪ੍ਰਗਟ ਹੋ ਜਾਂਦੀ ਹੈ। ਜਿਹੜਾ ਦੁਸ਼ਟ ਸੁਭਾਅ ਹੈ, ਦੁਸ਼ਟ ਸੁਭਾਅ, ਮਾੜਾ ਭੈੜਾ ਸੁਭਾਅ, ਉਸ ਭੈੜੇ ਸੁਭਾਅ ਨੂੰ ਖੰਡਨ ਟੋਟੇ ਟੋਟੇ ਕਰਕੇ ਰੱਖ ਦਿੰਦੀ ਹੈ। ਉਹ ਜਿਹਦੇ ਅੰਦਰ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ, ਫਿਰ ਉਹ ਤੇ ਓਤ ਪੋਤ ਰਵਿਆ ਰੂਪ ਰੰਗ, ਤੁਧ ਬਿਨ ਦੂਜਾ ਨਾਹੀ ਕੋਈ, ਤਿਸ ਤੇ ਪਰੇ ਨਾਹੀ ਕਿਛ ਕੋਇ, ਸਰਬ ਨਿਰੰਤਰ ਏਕੋ ਸੋਇ। ਇਵੇਂ ਜਾਣਨ ਲੱਗ ਪੈਂਦਾ ਸਾਰੇ ਬੰਨੇ ਪਰਮੇਸ਼ਰ ਨੂੰ। ਦੁਸ਼ਟ ਸੁਭਾਅ ਨੂੰ ਟੋਟੇ ਕਰ ਦਿੰਦੀ ਹੈ ਵਾਹਿਗੁਰੂ ਦੀ ਜੋਤ ਬੇਅੰਤ ਸ਼ਕਤੀ। ਉਹ ਪੁਰਸ਼ ਤ੍ਰੈ ਕਾਲਦਰਸ਼ੀ ਹੋ ਜਾਂਦਾ ਹੈ, ਤਿੰਨਾਂ ਸਮਿਆਂ ਦਾ, ਸਾਰੇ ਬ੍ਰਹਿਮੰਡਾਂ ਦੀ ਉਹਨੂੰ ਗਿਆਤ ਹੋ ਜਾਂਦੀ ਹੈ। ਐਵੇਂ ਵਾਹਿਗੁਰੂ ਦੀ ਜਿਹੜੀ ਜੋਤ ਹੈ, ਆ ਦੁਸ਼ਟ ਸੁਭਾਅ ਨੂੰ ਟੁੱਟੇ ਟੁੱਟੇ ਕਰ ਦੇਣ ਵਾਲੀ ਹੈ। ਭੁਜ ਦੰਡਨ ਬਰਬੰਡ, ਭੁਜ ਉਤਕ੍ਰਿਸ਼ਟ ਹੈ ਤੇ ਡੰਡ ਤੋਂ ਰਹਿਤ ਹੈ, ਬਲ ਵਾਲੀ ਹੈ, ਸ੍ਰੇਸ਼ਟ ਤਾਈ ਵਾਲੀ ਹੈ। ਜਗ ਮੰਡਨ ਪਦ ਬੰਦਨਾ, ਜੋ ਵਾਹਿਗੁਰੂ ਦੀ ਜੋਤ ਸ਼ਕਤੀ ਇਸ ਸੰਸਾਰ ਨੂੰ ਸਵਾਰਨ ਵਾਲੀ ਹੈ, ਭੂਸ਼ਿਤ ਕਰਨ ਵਾਲੀ ਹੈ, ਸਜਾਉਣ ਵਾਲੀ ਹੈ। ਅਤੇ ਜਿਹੜਾ ਕੈਵਲ ਪਦ ਹੈ, ਨਿਰਗੁਣ ਸਰੂਪ ਵਿੱਚ ਭੇਦ ਕਰ ਦੇਣ ਵਾਲਾ ਕੈਵਲੇ ਪਦ ਮੁਕਤੀ ਹੈ, ਉਸ ਪਰਮ ਪਦ ਨੂੰ ਬਖਸ਼ਣ ਵਾਲੀ ਹੈ। ਐਸੀ ਵਾਹਿਗੁਰੂ ਦੀ ਜੋਤ ਨੂੰ ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਬੰਦਨਾ ਨਮਸਕਾਰ ਕਰਦਾ ਹਾਂ। ਜਾ ਕੋ ਤੇਜ ਪ੍ਰਚੰਡ, ਜਿਸ ਦਾ ਆ ਤੇਜ ਜਿਹੜਾ ਪ੍ਰਚੰਡ ਹੈ, ਜਿਸ ਦਾ ਤੇਜ ਬੜਾ ਤਿੱਖਾ ਤੇਜ ਤਰਾਰਾ ਹੈ, ਜਿਵੇਂ ਚੰਡਕਾ ਦੇਵੀ ਦਾ ਹੈ। ਜਿਸ ਵਾਹਿਗੁਰੂ ਦੀ ਜੋਤ ਦਾ ਬੜਾ ਤੇਜ ਪ੍ਰਚੰਡ ਤਿੱਖਾ ਬਹੁਤ ਅਸਹਿ, ਆ ਝੱਲਿਆ ਨਾ ਜਾ ਸਕਣ ਵਾਲਾ, ਐਸੀ ਵਾਹਿਗੁਰੂ ਦੀ ਜੋਤ ਨੂੰ ਮੈਂ ਕਵੀ ਭਾਈ ਜੀ ਕਹਿੰਦੇ ਆ, ਮੈਂ ਨਮਸਕਾਰ ਕਰਦਾ ਹਾਂ। ਸ੍ਰੀ ਬਾਲਾ ਸੰਦਰਵਾਚ, ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਕਥਾ ਸੁਣਾ ਰਹੇ ਹੈ। ਚੌਪਈ ਕਹਿ ਬਾਲਾ ਸ੍ਰੀ ਅੰਗਦ ਗੁਰੂ ਜੀ, ਭਾਈ ਬਾਲਾ ਜੀ ਕਹਿੰਦੇ ਆ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਜੀ, ਸੁਨੋ ਕਥਾ ਨਾਸ਼ਕ ਤ੍ਰੈ ਜੁਰ ਕੀ। ਮਹਾਰਾਜ ਜੀ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਹੈ, ਤਿੰਨੇ ਪਾਪਾਂ ਨੂੰ ਨਾਸ ਕਰ ਦੇਣ ਵਾਲੀ, ਆਦਿ ਵਿਆਧੀ ਉਪਾਧੀ, ਮਨ ਦੇ ਰੋਗ, ਸਰੀਰ ਦੇ ਰੋਗ ਤੇ ਬਾਣੀ ਦੇ ਰੋਗ,
ਤਿੰਨਾਂ ਰੋਗਾਂ ਨੂੰ ਜੋ ਨਾਸ ਕਰ ਦੇਣ ਵਾਲੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਕਥਾ ਗੁਰੂ ਅੰਗਦ ਦੇਵ ਮਹਾਰਾਜ ਜੀ ਸੁਣੋ। ਬੋਹਰੋ ਰਿਤ ਪਾਵਸ ਸ਼ੁਭ ਆਈ। ਗ੍ਰੀਖਮ ਰੁੱਤ ਜਿਹੜੀ ਉਹ ਗਰਮੀ ਦੀ ਰੁੱਤ ਲੰਘ ਗਈ ਹੈ। ਜੇਠ ਹਾੜ ਦੇ ਮਹੀਨੇ, ਸਾਉਣ ਭਾਦਰੋਂ ਦਾ ਜਿਹੜਾ ਮਹੀਨੇ ਆ ਗਏ ਹੈ। ਪਾਵਸ ਰੁੱਤ ਉਹਨੂੰ ਕਿਹਾ ਜਾਂਦਾ, ਸਾਉਣ ਭਾਦਰ ਦੇ ਮਹੀਨੇ ਨੂੰ। ਸੱਚੇ ਪਾਤਸ਼ਾਹ ਜੀ ਜਿਹੜੀ ਬਰਸਾਤ ਦੀ ਰੁੱਤ ਬੜੀ ਚੰਗੀ ਉਹ ਆ ਗਈ ਹੈ। ਗਗਨ ਵਿੱਚ ਬਾਦਰ ਦ੍ਰਿਸ਼ਟਾਈ। ਆਕਾਸ਼ ਵਿੱਚ ਬਰਸਾਤ ਦੀ ਰੁੱਤ ਕਰਕੇ ਚਾਰ ਚੁਫੇਰੇ ਬੱਦਲ ਹੀ ਦਿਸ ਰਹੇ ਹੈ। ਭਾਗ ਜਗੇ ਪੂਰਬ ਜਗਿਆਸੀ। ਜਿਸ ਤਰ੍ਹਾਂ ਮੁਕਤੀ ਦੀ ਇੱਛਾ ਵਾਲੇ ਕਿਸੇ ਪੁਰਸ਼ ਦੇ ਪੂਰਬਲੇ ਪਿਛਲੇ ਭਾਗ ਹੀ ਜਦੋਂ ਜਗ ਜਾਂਦੇ ਐ। ਜਿਉ ਤਨ ਧਰਤ ਸੰਤ ਸੁਖ ਰਾਸੀ। ਤੇ ਫਿਰ ਜਿਹੜੇ ਸੰਤ ਐ ਸਿਮਰਨ ਸ਼ਾਂਤ ਚਿੱਤ ਵਾਲੇ, ਸਿਮਰਨ ਵਾਲੇ, ਹਰ ਵੇਲੇ ਉਠਤ ਬੈਠਤ ਸੋਵਤ ਨਾਮ ਦੀ ਅਵਸਥਾ ਵਾਲੇ, ਜੋ ਸੁੱਖਾਂ ਦੀ ਰਾਸ, ਸੁੱਖਾਂ ਦੇ ਖਜ਼ਾਨੇ, ਸੁੱਖਾਂ ਦੀ ਪੂੰਜੀ ਹੈ, ਉਹ ਸਰੀਰ ਨੂੰ ਧਾਰਦੇ ਹੈ। ਉਹ ਮੁਕਤੀ ਦੀ ਇੱਛਾ ਵਾਲੇ ਪੁਰਸ਼ ਨੂੰ ਜਿਹਦੇ ਪੂਰਬਲੇ ਭਾਗ ਜਗੇ ਹੁੰਦੇ ਹੈ, ਉਹਨੂੰ ਬ੍ਰਹਮ ਗਿਆਨ ਬਖਸ਼ ਕੇ ਮੁਕਤ ਕਰ ਦਿੰਦੇ ਹੈ। ਉਸ ਵਾਸਤੇ ਸਰੀਰ ਧਾਰਨ ਕਰਦੇ ਸੰਤ ਸੁੱਖਾਂ ਦੀ ਰਾਸ। ਚੜੀ ਘਟਾ ਕਾਲੀ ਜਿਵ ਕਾਲੀ। ਇਵੇਂ ਜਿਹੜੀ ਗੁਰੂ ਮਹਾਰਾਜ ਜੀ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਬਰਸਾਤ ਰੁੱਤ ਦਾ ਅਲੰਕਾਰ ਭਾਈ ਸਾਹਿਬ ਜੀ ਬਣ ਰਹੇ ਹੈ। ਜਿਹੜੀ ਆ ਕਾਲੇ ਬੱਦਲਾਂ ਦੀ ਕਾਲੀ ਘਟਾ ਚੜੀ ਹੋਈ ਹੈ, ਉਹ ਇਸ ਤਰ੍ਹਾਂ ਚੜੀ ਜਿਵੇਂ ਅਕਾਲੀ ਕਾਲਕਾ ਦੇਵੀ ਦੈਂਤਾਂ ਨੂੰ ਮਾਰਨ ਵਾਸਤੇ ਚੜ ਗਈ ਹੋਵੇ। ਪਰਨੋ ਬੱਜਰ ਬਜਾਵਤ ਤਾਲੀ। ਬਰਸਾਤ ਰੁੱਤ ਵਿੱਚ ਜਿਹੜੀ ਆ ਬਿਜਲੀ ਦਾ ਪੈਣਾ ਹੈ, ਮਾਨੋ ਕਿ ਇਹ ਜਿਹੜੀ ਦੈਂਤਾਂ ਨੂੰ ਮਾਰਨ ਵਾਸਤੇ ਕਾਲੀ ਕਾਲਕਾ ਹੈ, ਉਹ ਤਾੜੀਆਂ ਹੀ ਮਾਰਦੀ ਹੈ, ਤਾੜੀਆਂ ਵਜਾ ਰਹੀ ਹੈ। ਸਾਸਨ ਪਾਕ ਸਰਾਸਨ ਜੋ ਆ ਕਾਲੇ ਬੱਦਲਾਂ ਵਿੱਚ ਇੰਦਰ ਦੇ ਧਨੁਖ ਵਰਗੀ ਜਿਹੜੀ ਪੀਂਗ ਪਈ ਹੋਈ ਹੈ ਸਤਰੰਗੀ, ਜਿਵੇਂ ਇੰਦਰ ਦਾ ਧਨਖ ਹੈ ਨਾ ਤਿਰਛਾ ਜਿਹਾ, ਤੇ ਕਾਲੇ ਬੱਦਲਾਂ ਵਿੱਚ ਜੋ ਆ ਪੀਂਗ ਪਈ ਹੈ ਸਤਰੰਗੀ ਜੀ। ਬਾਂਕੀ ਪ੍ਰੇਕੁਟੀ ਲਖੀਅਤ ਸੋ। ਉਹ ਮਾਨੋ ਜਿਹੜੀ ਆ ਕਾਲੀ ਕਾਲਕਾ ਹੈ, ਉਹਦੇ ਟੇਢੇ ਆ ਭਰਵੱਟੇ ਜਾਣੀ ਦੇ ਹਨ। ਅਤ ਕਰ ਕਨ ਜਿਹੇ ਕੀ ਕਲਕਾਰੀ। ਜਿਹੜਾ ਕਾਲੀ ਘਟਾ ਬਰਸਾਤ ਰੁੱਤ ਵਿੱਚ ਅਤ ਸਹਿ ਕਰਕੇ ਬਹੁਤ ਜਿਹੜੀ ਬਿਜਲੀ ਕੜਕ ਰਹੀ ਹੈ, ਮਾਨੋ ਕਿ ਇਹ ਜਿਹੜੀ ਕਾਲੀ ਹੈ ਦੈਂਤਾਂ ਨੂੰ ਮਾਰਨ ਵਾਸਤੇ ਕਿਲਕਾਰੀਆਂ ਚੀਕਾਂ ਮਾਰ ਰਹੀ ਹੈ। ਡਰਤ ਅਸਰ ਸੇ ਮੇਚਨ ਬਿਆਰੀ। ਡਰਤ ਅਸਰ ਸੇ ਮੇਚਕ ਬਿਆਰੀ। ਜਿਵੇਂ ਉਹ ਕਾਲੀ ਕਿਲਕਾਰੀਆਂ ਚੀਕਾਂ ਮਾਰਦੀ ਸੀ ਦੈਂਤਾਂ ਨੂੰ ਮਾਰਨ ਵਾਸਤੇ, ਤੇ ਜਿਹੜੇ ਦੈਂਤ ਡਰਦੇ ਸਨ। ਇੱਧਰ ਜਿਹੜੀ ਬਿਜਲੀ ਖੜਕ ਰਹੀ ਹੈ ਕਾਲੀ ਘਟਾ ਕਾਲੇ ਬੱਦਲਾਂ ਵਿੱਚ, ਤੇ ਜਿਹੜੇ ਸੱਪ ਹੈ ਕਾਲੇ ਮਾਨੋ ਦੈਂਤਾਂ ਵਰਗੇ, ਉਹ ਡਰ ਰਹੇ ਹਨ। ਹੋਤ ਕੋਖ ਜਿਹੇ ਗਰਜ ਸੁਹਾਵਤ। ਜਿਹੜੀ ਆ ਕਾਲੀ ਘਟਾਵਾਂ ਬੱਦਲਾਂ ਵਿੱਚ ਆ ਗਰਜ ਹੋ ਰਹੀ ਹੈ, ਬਿਜਲੀ ਦੀ ਧੁਨੀ ਹੋ ਰਹੀ ਹੈ, ਮਾਨੋ ਇਹ ਕਾਲੀ ਜਿਹੜੀ ਹੈ ਉਹੀ ਗਰਜ ਰਹੀ ਹੈ ਸੋਭਨੀਕ ਹੋ ਕੇ। ਅਮਰ ਮਯੂਰ ਹਰਖ ਉਪਜਾਵਤ। ਜਦੋਂ ਕਾਲੀ ਦੇਵੀ ਉਹ ਕਿਲਕਾਰੀਆਂ ਮਾਰਦੀ ਗੱਜਦੀ ਹੈ, ਦੇਵਤੇ ਜਿਵੇਂ ਖੁਸ਼ ਹੁੰਦੇ ਹੈ, ਦੇਵਤਿਆਂ ਰੂਪੀ ਮੋਰ ਬੜੇ ਖੁਸ਼ ਹੋ ਰਹੇ ਹੈ। ਚੰਚਲ ਜੋ ਚੰਚਲਾ ਚਮਕਾਵਤ। ਬਿਜਲੀ ਜਿਹੜੀ ਚੰਚਲ ਹੋ ਕੇ ਬੜੀ ਚਮਕ ਰਹੀ ਹੈ, ਕਦੀ ਇੱਧਰ ਪੈਂਦੀ ਕਦੀ ਉੱਧਰ ਪੈ ਰਹੀ ਹੈ। ਪਾਨ ਕਿਰਪਾਨ ਹੈ ਲਈ ਨਚਾਵਤ। ਮਾਨੋ ਕਿ ਜਿਹੜੀ ਉਹ ਕਾਲੀ ਹੈ ਦੈਂਤਾਂ ਨੂੰ ਮਾਰਨ ਵਾਸਤੇ ਆਪਣੇ ਹੱਥ ਵਿੱਚ ਲੈ ਕੇ
ਆ ਕਿਰਪਾਨ ਨੂੰ ਸ੍ਰੀ ਸਾਹਿਬ ਨੂੰ ਨਚਾ ਰਹੀ ਹੈ, ਘੁਮਾ ਫਿਰਾ ਰਹੀ ਹੈ। ਦੰਤ ਪੰਕਤੀ ਸ਼ੁਭਤ ਬਕਾਲਾ, ਦੰਤ ਪੰਕਤੀ ਸ਼ੁਭਤ ਬਕਾਲਾ। ਬਕਾਲਾ ਲਿਖਿਆ, ਦੰਤ ਪੰਕਤੀ ਸ਼ੁਭਤ ਬਲਾਕਾ। ਜਿਵੇਂ ਬੱਦਲ ਹੋਏ ਹੁੰਦੇ ਨਾ ਕਾਲੀ ਘਟਾਵਾਂ ਵਿੱਚ, ਤੇ ਬੰਗਲਿਆਂ ਦੀਆਂ ਪੰਕਤੀਆਂ ਉੱਡਦੀਆਂ ਐ, ਡਾਰਾਂ ਬਣਾ ਬਣਾ ਕੇ ਬੰਗਲਿਆਂ ਦੀਆਂ ਪੰਕਤੀਆਂ ਜਿਹੜੀਆਂ ਆ ਉੱਡ ਰਹੀਆਂ ਐ, ਡਾਰਾਂ ਦੀਆਂ ਬਣਾ ਬਣਾ ਕੇ ਕਾਲੇ ਘਟਾਵਾਂ ਬੱਦਲਾਂ ਵਿੱਚ। ਮਾਨੋ ਇਹ ਕਾਲੀ ਦੇਵੀ ਦੇ ਇਹ ਦੰਦਾਂ ਦਾ ਭੀੜ ਹੈ। ਸ਼ਾਮ ਸਰੂਪ ਬਨਿਓ ਅਸ ਤਾਕਾ, ਮਾਨੋ ਕਾਲੀ ਦੇ ਦੰਦਾਂ ਦੇ ਜਿਹੜਾ ਪੀੜ ਹੈ, ਦੰਦਾਂ ਦੀ ਪੰਕਤੀਆਂ ਉਹੀ ਸੋਭਨੀਕ ਹੋ ਰਹੀਆਂ। ਇਸ ਤਰ੍ਹਾਂ ਬੱਦਲਾਂ ਰੂਪੀ ਜਿਹੜੀ ਕਾਲੀ ਹੈ, ਬੱਦਲਾਂ ਰੂਪੀ ਜਿਹੜੀ ਘਟਾ ਕਾਲੀ ਹੈ, ਉਸ ਦਾ ਇਸ ਤਰ੍ਹਾਂ ਦਾ ਕਾਲਾ ਸਰੂਪ ਕਾਲੀ ਵਰਗਾ ਬਣਿਆ ਹੋਇਆ ਹੈ। ਮਿਲ ਦਾਦੁਰ ਬਹੁ ਸ਼ਬਦ ਪੁਕਾਰਾ, ਕਾਲੀ ਵਰਗਾ ਕਾਲਾ ਸਰੂਪ ਬਣਿਆ ਹੋਇਆ ਹੈ। ਜਿਹੜੇ ਡੱਡੂ ਹੈ ਬਹੁਤ ਸਾਰੇ ਮਿਲ ਕੇ ਪੁਕਾਰਾ ਕਰ ਰਹੇ ਹੈ, ਐਵੇਂ ਆਵਾਜ਼ਾਂ ਜੀਆਂ ਕੱਢ ਰਹੇ ਹੈ। ਮਨਹੁ ਪੜਤ ਬਾਲਕ ਚਟ ਸਾਰਾ, ਮਾਨੋ ਕਿ ਜਿਵੇਂ ਪਾਠਸ਼ਾਲਾ ਦੇ ਵਿੱਚ ਜਿਹੜੇ ਬੱਚੇ ਹੈ ਉਹ ਜਿਵੇਂ ਪੜ੍ਹਦੇ ਹੈ ਊੜਾ ਐੜਾ, ਜਾਂ ਆਪਣੀ ਸੰਥਿਆ ਪਕਾਉਂਦੇ ਉੱਚੀ ਉੱਚੀ, ਉਹ ਜਿਹੜੇ ਬੱਦਲ ਕਾਲੀ ਘਟਾ ਦੇ ਚੜੇ ਹੋਏ ਹੈ, ਅਤੇ ਡੱਡੂ ਜਿਹੜੇ ਹੈ ਮਿਲ ਕੇ ਪੁਕਾਰਾਂ ਆਵਾਜ਼ਾਂ ਜੀਆਂ ਕੱਢ ਰਹੇ ਹੈ, ਮਾਨੋ ਉਹਦੇ ਬੱਚੇ ਹੀ ਪਾਠਸ਼ਾਲਾ ਵਿੱਚ ਪੜ੍ਹ ਰਹੇ ਹਨ। ਜਰ ਤੇ ਜਰ ਗਿਓ ਜੁਹੁ ਨਿਜਵਾਸਾ, ਜਰ ਤੇ ਜਰ ਗਇਓ ਜੂਹ ਜਵਾਸਾ। ਜਿਹੜਾ ਜਵਾਹਾ ਹੈ ਉਹ ਤੇ ਸਾਰਾ ਜੜ ਤੋਂ ਹੀ ਸੜ ਗਿਆ ਹੈ ਬਰਸਾਤ ਰੁੱਤ ਕਰਕੇ। ਇੱਕ ਜਵਾਹਾ ਇੱਕ ਅੱਕ। ਇਹ ਜਦੋਂ ਹੁੰਦਾ ਨਾ ਜੇਠ ਹਾੜ ਦਾ ਮਹੀਨਾ, ਫਿਰ ਤੇ ਬੜਾ ਮੱਛਰਦਾ ਹੈ। ਜਵਾਹਾ ਤੇ ਅੱਕ ਦੇਸੀ। ਜਦੋਂ ਬਰਸਾਤ ਆਉਂਦੀ ਹੈ ਨਾ ਰਹਿੰਦਾ ਅੱਕ ਤੇ ਨਾ ਰਹਿੰਦਾ ਜਵਾਹਾ। ਹੋਰ ਜਿਹੜੇ ਮੀਂਹ ਪਾਇਆ ਪਰਮੇਸ਼ਰ ਪਾਇਆ, ਜੀਅ ਜੰਤ ਸਭ ਸੁਖੀ ਵਸਾਇਆ। ਜੀਵ ਜੰਤੂ ਰੁੱਖ ਪਸ਼ੂ ਪੰਛੀ ਜਿਹੜੇ ਖੁਸ਼ ਹੋ ਜਾਂਦੇ ਆ ਵੀ ਮੀਂਹ ਪੈ ਗਿਆ ਹੈ, ਆ ਸ਼ੁਕਰ ਹੋਇਆ ਮੀਂਹ ਪਾਤਾ ਪਰਮੇਸ਼ਰ ਨੇ। ਪਰ ਜਿਹੜਾ ਜਵਾਹਾ ਹੈ ਘਾਹ ਜਿਹਾ, ਅਤੇ ਜਿਹੜੀ ਅੱਕ ਹੈ ਇਹ ਤੇ ਦੋਵੇਂ ਸੜ ਜਾਂਦੇ ਹੈ। ਇੱਥੇ ਭਾਈ ਸਾਹਿਬ ਜੀ ਕਹਿ ਰਹੇ ਹੈ ਕਿ ਜਵਾਹਾ ਸਾਰਾ ਤੇ ਜੜ ਤੋਂ ਹੀ ਸੜ ਗਿਆ ਹੈ। ਜਿਉ ਹਰ ਭਜਨ ਹੋਤ ਅਗਨਾਸ਼ਾ, ਜਿਵੇਂ ਹਰੀ ਪਰਮੇਸ਼ਰ ਦੇ ਭਜਨ ਸਿਮਰਨ ਨਾਲ ਸਾਰਾ ਜਿਹੜਾ ਸਮੂਹ ਪਾਪ ਹੀ ਮੁੱਢ ਤੋਂ ਹੀ ਨਾਸ ਹੋ ਜਾਂਦੇ ਜੜ ਤੋਂ। ਮਿਲ ਸਰਤਾ ਸੋ ਜੇ ਲਗ ਨਾਲਾ, ਛੋਟੇ ਜਿਹੜੇ ਨਾਲੇ ਹੈ ਉਹ ਇਵੇਂ ਬਰਸਾਤ ਕਰਕੇ, ਬਰਸਾਤ ਦੇ ਮੀਂਹ ਕਰਕੇ ਨਦੀਆਂ ਵਿੱਚ ਮਿਲ ਕਰਕੇ ਸਿੰਧ ਸਰੂਪ ਭਏ ਤਿਹ ਕਾਲਾ, ਉਸ ਸਮੇਂ ਉਹ ਸਾਰੇ ਜਿਹੜੇ ਨਾਲੇ ਹੈ ਨਦੀਆਂ ਵਿੱਚ ਪੈ ਗਏ ਅਤੇ ਨਦੀਆਂ ਸਮੁੰਦਰ ਰੂਪ ਹੋ ਗਈਆਂ। ਕਿਉਂਕਿ ਮੀਂਹ ਜਿਹੜਾ ਪੈਂਦਾ ਇੱਕ ਸਾਰ ਪੈਂਦਾ ਹੈ, ਨਾਲੇ ਭਰ ਜਾਂਦੇ, ਨਾਲੇ ਜਾ ਕੇ ਡਿੱਗਦੇ ਨਦੀਆਂ 'ਚ, ਨਦੀਆਂ ਸਮੁੰਦਰ 'ਚ ਡਿੱਗਦੀਆਂ। 999 ਨਦੀਆਂ, ਸਾਰੇ ਦੇਸ਼ ਭਰ 'ਚ 999 ਨਦੀਆਂ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਹੈ। ਜਦੋਂ ਨਦੀਆਂ ਸਮੁੰਦਰ 'ਚ ਡਿੱਗਦੀਆਂ ਸਮੁੰਦਰ ਦਾ ਰੂਪ ਹੀ ਹੋ ਜਾਂਦੀਆਂ ਹੈ। ਇਸ ਤਰ੍ਹਾਂ ਉਸ ਸਮੇਂ ਉਹ ਸਾਰੇ ਨਾਲੇ ਨਦੀਆਂ ਰੂਪ ਅਤੇ ਨਦੀਆਂ ਤੋਂ ਸਮੁੰਦਰ ਰੂਪ ਹੀ ਹੋ ਗਏ ਹੈ। ਬ੍ਰਹਮ ਗਿਆਨ ਭੇ ਜੈਸ ਮੋਖੂ, ਮੁਕਤੀ ਦੀ ਇੱਛਾ ਵਾਲਾ ਜਿਸ ਤਰ੍ਹਾਂ ਉਸ ਨੂੰ ਜਦੋਂ ਬ੍ਰਹਮ ਗਿਆਨ ਹੋ ਜਾਂਦਾ ਹੈ। ਬ੍ਰਹਮ ਰੂਪ ਹੋਵਤ ਬਿਨ ਦੋਖੂ, ਬਿਨਾਂ ਦੋਸ਼ਾਂ ਔਗਣਾਂ ਤੋਂ ਹੀ ਉਹ ਬ੍ਰਹਮ ਦਾ ਰੂਪ ਹੀ ਹੋ ਜਾਂਦਾ। ਫਿਰ ਮੁਕਤੀ ਦੀ ਇੱਛਾ ਵਾਲਾ ਜਦੋਂ ਉਹਨੂੰ ਬ੍ਰਹਮ ਗਿਆਨ ਹੋ ਗਿਆ ਅਤੇ ਫਿਰ ਉਹ ਬ੍ਰਹਮ ਦਾ ਰੂਪ ਹੀ ਹੋ ਜਾਂਦਾ ਹੈ। ਮੁਕਤੀ ਦੀ ਇੱਛਾ ਵਾਲਾ ਮਾਨੋ ਆ ਛੋਟਾ ਨਾਲਾ ਹੈ,
ਜਦੋਂ ਬ੍ਰਹਮ ਗਿਆਨ ਹੁੰਦਾ ਫਿਰ ਉਹ ਨਦੀ ਬਣ ਜਾਂਦਾ ਹੈ। ਜਦੋਂ ਨਦੀ ਬਣ ਗਿਆ ਬ੍ਰਹਮ ਗਿਆਨ ਹੋਣ ਤੋਂ ਬ੍ਰਹਮ ਰੂਪ ਹੋ ਗਿਆ, ਫਿਰ ਸਮੁੰਦਰ ਬਣ ਜਾਂਦਾ ਹੈ। ਇਵੇਂ ਮੁਕਤੀ ਦੀ ਇੱਛਾ ਵਾਲਾ ਜਿਵੇਂ ਬ੍ਰਹਮ ਗਿਆਨ ਪ੍ਰਾਪਤ ਕਰਕੇ ਬਿਨਾਂ ਦੋਸ਼ਾਂ ਤੋਂ ਬ੍ਰਹਮ ਰੂਪ ਹੀ ਹੋ ਜਾਂਦਾ ਇੱਕਮਿਕ। ਤਜ ਮਰਿਆਦ ਉਸ਼ਰੇ ਲਗ ਤਾਲਾ। ਛੋਟੇ ਜਿਹੜੇ ਤਲਾਬ ਹੈ ਉਹ ਵੀ ਆਪਣੀ ਮਰਿਆਦਾ ਹੱਦਾਂ ਦੀਆਂ ਟੱਪ ਕੇ ਬਾਹਰ ਜਿਹੜੇ ਉਛਲੇ ਹਨ, ਬਾਹਰ ਹੋ ਕੇ ਪੈ ਰਹੇ ਹੈ। ਜਿਉ ਸ਼੍ਰੀ ਮਦ ਤੇ ਨੀਚਕ ਚਾਲਾ। ਨੀਚ ਕੁਚਾਲਾ, ਜਿਵੇਂ ਆ ਨੀਚ ਪੁਰਸ਼, ਖੋਟੀ ਚਾਲ ਵਾਲਾ, ਭੈੜੇ ਚਾਲ ਚੱਲਣ ਵਾਲਾ, ਭੈੜੇ ਬੋਲ ਚਾਲ ਵਾਲਾ, ਅਤੇ ਉਹਦੇ ਕੋਲ ਸ਼੍ਰੀ ਮਦ ਮਾਇਆ ਦੀ ਪ੍ਰਾਪਤੀ 'ਤੇ ਉਹਨੂੰ ਹੰਕਾਰ ਹੋ ਜਾਂਦਾ, ਅਤੇ ਹੰਕਾਰ ਨਾਲ ਜਿਵੇਂ ਉਹ ਉਛਲ ਪੈਂਦਾ ਨਾ, ਫੁਣਕਾਰੇ ਜੇ ਮਾਰਦਾ ਹੈ, ਐਵੇਂ ਤਾਂ ਨੂੰ ਉਛਲ ਪੈਂਦਾ ਹੈ। ਇਵੇਂ ਛੋਟੇ ਛੋਟੇ ਜਿਹੜੇ ਨਾਲੇ ਹੈ ਉਹ ਬਰਸਾਤ ਦੇ ਪਾਣੀ ਕਰਕੇ ਆਪਣੀ ਹੱਦ ਜੀ ਟੱਪ ਕੇ ਉਛਲ ਰਹੇ ਹਨ। ਉਡਤ ਧੂਰ ਜੋ ਸਗਲ ਬੇਲਾਨੀ। ਜਿਹੜੀ ਆ ਮਿੱਟੀ ਘੱਟੇ ਦੀ ਧੂੜ ਹੈ ਬੜੀ ਉੱਡ ਰਹੀ ਸੀ ਆ ਜੇਠ ਹਾੜ ਦੇ ਮਹੀਨੇ ਵਿੱਚ। ਸਾਉਣ ਭਾਦਰੋਂ ਪਾਵਸ ਰੁੱਤ ਆਉਣ ਕਰਕੇ ਸਾਰੀ ਆ ਛਿਪ ਗਈ ਹੈ, ਬੈਠ ਗਈ ਹੈ ਮਿੱਟੀ ਘੱਟੇ ਦੀ ਧੂੜ। ਜਿਉ ਸਤਿਗੁਰ ਮਿਲ ਕੁਮਤ ਨਸਾਨੀ। ਜਿਸ ਤਰ੍ਹਾਂ ਸਤਿਗੁਰੂ ਪੂਰਿਆਂ ਨੂੰ ਮਿਲ ਕੇ ਖੋਟੀ ਮੱਤ ਜਿਹੜੀ ਹੈ ਨਸ ਜਾਂਦੀ, ਨਾਸ ਹੋ ਜਾਂਦੀ ਹੈ। ਪੰਥੀ ਚਲਤ ਧਾਮ ਬਿਸਰਾਮੇ। ਪੰਥੀ ਜਿਹੜੇ ਰਾਜ ਚੱਲਣ ਵਾਲੇ ਰਾਹੀ ਲੋਕ ਹੈ, ਜਿਹੜੇ ਚੱਲ ਰਹੇ ਸੀ ਆ ਜੇਠ ਹਾੜ ਦੇ ਮਹੀਨੇ ਵਿੱਚ, ਬਰਸਾਤ ਦੀ ਤੇਜ਼ੀ ਕਰਕੇ, ਬਰਸਾਤ ਦੀ ਬਹੁਲਤਾ ਕਰਕੇ ਘਰਾਂ ਵਿੱਚ ਹੀ ਹੁਣ ਟਿਕ ਗਏ ਹੈ। ਜਿਉ ਮਨ ਥਿਰ ਸਿਮਰਤ ਹਰ ਨਾਮੇ। ਇਵੇਂ ਟਿਕ ਗਏ ਹੈ ਜਿਵੇਂ ਮਨ ਹਰੀ ਵਾਹਿਗੁਰੂ ਦਾ ਸਿਮਰਨ ਕਰਕੇ ਟਿਕ ਜਾਂਦਾ ਨਾ ਇੱਕ ਥਾਂ। ਇਵੇਂ ਜਿਹੜੇ ਰਾਹੀ ਲੋਕ ਹੈ ਉਹ ਉੱਥੇ ਹੀ ਆਪਣੇ ਘਰਾਂ ਵਿੱਚ ਹੀ ਟਿਕ ਗਏ ਵੀ ਮੀਂਹ ਬਹੁਤ ਪੈ ਰਿਹਾ ਹੁਣ। ਜਿਉ ਲੀਲਾ ਕੀਨੀ ਰਿਤ ਬਰਖਾ। ਰੁੱਤ ਬਰਖਾ ਰੁੱਤ ਵਿੱਚ, ਇਹ ਪਾਵਸ ਸਾਉਣ ਭਾਦਰ ਦੇ ਮਹੀਨੇ ਵਿੱਚ ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਲੀਲਾ ਕੀਤੀ ਹੈ। ਤਿਉ ਮੈਂ ਕਹਿਉ ਸੁਨਹੁ ਸੋ ਹਰਖਾ। ਭਾਈ ਸਾਹਿਬ ਜੀ ਕਹਿੰਦੇ ਸੰਗਤ ਜੀ, ਇਸੇ ਤਰ੍ਹਾਂ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਤਿਵੇਂ ਮੈਂ ਕਹਿੰਦਾ ਹਾਂ, ਆ ਬੜੀ ਖੁਸ਼ੀ ਆਨੰਦ ਨਾਲ ਸੁਣੋ ਉਹ ਕਥਾ। ਏਕ ਦਿਵਸ ਕਾਲੂ ਲੈ ਅੰਕਾ। ਇਹ ਜਿਹੜਾ ਪਿੱਛੇ ਅਲੰਕਾਰ ਬੰਨਿਆ ਨਾ ਕਵੀ ਜੀ ਨੇ, ਇਹ ਬਰਸਾਤ ਰੁੱਤ ਦਾ ਅਲੰਕਾਰ ਬੰਨਿਆ। ਇਹੋ ਜਿਹਾ ਮੌਸਮ ਹੁੰਦਾ ਬਰਸਾਤ ਰੁੱਤ ਵਿੱਚ, ਤਾਂ ਕਰਕੇ ਕਵੀ ਜੀ ਨੇ ਪੂਰਾ ਅਲੰਕਾਰ ਬੰਨਿਆ ਹੈ। ਹੁਣ ਇੱਥੇ ਕਥਾ ਆਰੰਭ ਹੋ ਰਹੀ ਹੈ। ਇਹ ਕਹਿੰਦੇ ਇੱਕ ਦਿਨ ਦੀ ਗੱਲ ਹੈ ਕਿ ਬਾਬਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਗੋਦ ਵਿੱਚ ਲੈ ਕੇ ਕਰ ਦੁਲਾਰ ਪਿਖ ਬਦਨ ਮਯੰਕਾ। ਗੁਰੂ ਜੀ ਦਾ ਪੂਰਨਮਾਸ਼ੀ ਦਾ ਜਿਹੜਾ ਚੰਦਰਮਾ ਉਹ ਜੇ ਮੁਖ ਨੂੰ ਦੇਖ ਕਰਕੇ ਬੜਾ ਲਾਡ ਪਿਆਰ ਕਰਕੇ ਬਚਨ ਕਹਿਤ ਸੁਤ ਤੂੰ ਪਾਸਿਆਨਾ। ਵਚਨ ਕਿਹਾ ਹੈ ਕਿ ਪੁੱਤਰ ਗੁਰੂ ਨਾਨਕ ਸਾਹਿਬ ਜੀ ਹੁਣ ਤੁਸੀਂ ਛੋਟੇ ਨਹੀਂ ਰਹੇ, ਤੁਸੀਂ ਹੁਣ ਸਿਆਣੇ ਹੋ ਗਏ ਹੋ। ਅਬ ਨਾ ਕਰਤ ਗੋ ਸੰਗ ਬਨ ਜਾਣਾ। ਹੁਣ ਤੁਸੀਂ ਨਾਲੇ ਵੇਖੋ ਦਾਸ ਹੀ ਜਿਹੜੇ ਉਹ ਮੱਝਾਂ ਗਾਵਾਂ ਚਾਰਨ ਜਾਂਦੇ ਐ, ਤੁਸੀਂ ਨਹੀਂ ਨਾਲ ਜਾਂਦੇ। ਉਬੈ ਬ੍ਰਿਖਬ ਨਿਜ ਔਸ਼ਕ ਮਾਹੀ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਹੁਣ ਉਹ ਕੰਮ ਤੇ ਤੁਸੀਂ ਕਰਦੇ ਨਹੀਂ ਜੇ। ਔਸ਼ਕ ਜਿਹੜਾ ਆਪਣੇ ਮੱਝਾਂ ਗਾਵਾਂ ਦਾ ਵੱਗ ਹੈ ਨਾ, ਉਹ ਗਊਸ਼ਾਲਾ ਦੇ ਵਿੱਚੋਂ ਦੋ ਜਿਹੜੇ ਚੰਗੇ ਬੈਲ ਹੈ ਉਹ ਤੁਸੀਂ ਕੱਢ ਲਓ। ਲੇਹੋ ਨਿਕਾਸ ਤਰਨ ਜੋ ਆਹੀ। ਜਿਹੜੇ ਐਵੇਂ ਦਿਸ਼ਟ ਪੁਸ਼ਟ ਜਵਾਨ ਜਿਹੜੇ ਬੌਲਦ ਚੰਗੇ, ਉਹ ਗੁਰੂ ਨਾਨਕ ਸਾਹਿਬ ਸਪੁੱਤਰ ਜੀ ਇਵੇਂ ਗਾਵਾਂ ਦੇ ਵੱਗ ਵਿੱਚੋਂ ਕੱਢ ਲਓ ਵੇਖ ਕੇ ਚੰਗੇ ਜੇ। ਲਾਗੁਲ ਸੰਗ ਬਹਰ ਕਰ ਕਾਮਾ। ਪੰਜਾਲੀ ਐਵੇਂ ਹਲ ਜਾ ਵੀ ਲੈ ਲਓ ਨਾਲ, ਜਿਹੜਾ ਹੈ ਇੱਕ ਕਾਮਾ ਦਾਸ ਕੰਮ ਕਰਨ ਵਾਲਾ, ਉਹਨੂੰ ਲੈ ਕਰਕੇ ਤੇ ਕੰਮ ਕਰੋ। ਬੀਜ ਸੋ ਲੈਹੋ ਸਵਾ ਮਨ ਧਾਮਾ। ਆਪਣੇ ਘਰ ਦੇ ਵਿੱਚ ਬੜਾ ਜਿਹੜਾ ਫਸਲ ਦਾ ਬੀਜ ਪਿਆ ਹੋਇਆ,
ਉਹ ਸਵਾ ਕੁ ਮਣ ਜਿਹੜਾ ਬੀਜ ਹੈ ਉਹ ਵੀ ਤੋਲ ਕੇ ਲੈ ਲਓ। ਜਾਏ ਰਾਹੀਏ ਖੇਤ ਨਿਰਾਲਾ। ਇੱਕ ਜਿਹੜਾ ਖੇਤ ਹੈ ਉਹ ਵੱਖਰਾ ਜਿਹਾ ਤੁਸੀਂ ਲੈ ਲਓ, ਕਰ ਲਓ। ਉਹ ਖੇਤ ਨੂੰ ਵੱਖਰਾ ਜਿਹਾ ਕਰਕੇ ਉਹਦੇ ਵਿੱਚ ਉਹ ਜਿਹੜਾ ਬੀਜ ਹੈ ਉਹ ਬੀਜ ਦਈਏ। ਕਰਹੁ ਨੀਰ ਸੋ ਤੇ ਪ੍ਰਤਪਾਲਾ। ਜਾ ਕੇ ਬੀਜ ਦੋ ਤੇ ਫਿਰ ਜਦੋਂ ਵੇਖੋਗੇ ਵੀ ਉਹ ਪਾਣੀ ਦੇਣ ਵਾਲਾ, ਫਿਰ ਪਾਣੀ ਦੇ ਦਿਓ। ਪਾਣੀ ਦੇ ਕੇ ਉਹ ਫਸਲ ਨੂੰ ਚੰਗੀ ਤਰ੍ਹਾਂ ਪਾਲ ਪੋਸ ਲਿਓ, ਪ੍ਰਤਪਾਲਣਾ ਕਰਿਓ। ਮ੍ਰਿਗ ਪਸ਼ੂਆਂ ਕੇ ਹੋਏ ਰਖਵਾਰੇ। ਹਿਰਨ, ਪਸ਼ੂ, ਘੋੜੇ, ਗਧੇ ਆਦਿਕ, ਜਿਵੇਂ ਹਿਰਨ ਹੈ ਜਿਹੜੇ ਵੀ ਇਹ ਕਿਤੇ ਉਹ ਫਸਲ ਨੂੰ ਉਜਾੜ ਦੇਣਾ, ਰਖਵਾਲੇ ਜੇ ਹੋ ਕੇ ਰਖਵਾਲੀ ਵੀ ਕਰਿਓ। ਕ੍ਰਿਖ ਪਕਾਏ ਕੀਜੈ ਖਲਵਾਰੇ। ਖੇਤੀ ਜਦੋਂ ਪੱਕ ਜਾਵੇਗੀ ਤੇ ਫਿਰ ਉਹਨਾਂ ਦੇ ਖਲਵਾੜੇ ਜੇ ਕਰ ਲਿਓ। ਜਦੋਂ ਆ ਖੇਤੀ ਪੱਕ ਜਾਂਦੀ ਤੇ ਵੱਢ ਕੱਟ ਕੇ ਭਰੀਆਂ ਜਿਹਾ ਬਣਾ ਕੇ ਇੱਕ ਥਾਂ ਰੱਖ ਦੇਈਦੀ ਹੈ। ਉਹਨੂੰ ਕਹਿੰਦੇ ਵੀ ਇਹ ਖਲਵਾੜੇ ਕੀਤੇ ਹੋਏ ਹੈ। ਫਿਰ ਉਹਨੂੰ ਜਦੋਂ ਗਾਉਣ ਦੀ ਵਾਰੀ ਆਉਂਦੀ ਹੈ, ਖੋਲ ਕੇ ਉੱਤੋਂ ਦੀ ਬੋਲਦ ਜਿਹੜੇ ਫਿਰਾਉਂਦੇ ਹੈ ਅਤੇ ਉਹਨੂੰ ਗਾਇਆ ਜਾਂਦਾ, ਕਹਿੰਦੇ ਵੀ ਹੁਣ ਗਾ ਰਹੇ ਹਾਂ। ਇਵੇਂ ਕਹਿ ਰਹੇ ਹੈ ਬਾਬਾ ਕਲਿਆਣ ਚੰਦ ਜੀ ਕਿ ਸਪੁੱਤਰ ਗੁਰੂ ਨਾਨਕ ਸਾਹਿਬ ਜੀ ਜਦੋਂ ਖੇਤੀ ਪੱਕ ਜਾਵੇਗੀ ਖਲਵਾੜੇ ਜਿਹਾ ਕਰ ਲਿਓ। ਜੇ ਅੰਨ ਹੋ ਬਹੁ ਇੱਕ ਵਾਰੀ। ਇੱਕ ਵਾਰ ਜੇ ਗੁਰੂ ਨਾਨਕ ਸਾਹਿਬ ਜੀ ਤੁਸਾਂ ਨੇ ਬਹੁਤ ਆ ਖੇਤੀ ਬੀਜ ਕੇ ਰੱਖਿਆ ਕਰਕੇ ਫਿਰ ਪੱਕਣ 'ਤੇ ਵੱਢ ਕੇ ਖਲਵਾੜੇ ਕਰਕੇ ਗਾ ਕੇ ਬੜਾ ਜਿਹੜਾ ਅੰਨ ਆ ਘਰ ਨੂੰ ਲੈ ਆਂਦਾ। ਰੱਖ ਦੇਵੋ ਕਾਮੇ ਦੋਇ ਚਾਰੀ। ਹੁਣ ਤੇ ਇੱਕ ਦਾਸ ਨੌਕਰ ਹੈ, ਫਿਰ 2-4 ਜਿਹੜੇ ਕਾਮੇ ਹੈ ਤੁਹਾਡੇ ਨਾਲ ਮੈਂ ਰੱਖ ਦਿਆਂਗਾ ਮਦਦ ਵਾਸਤੇ। ਅਸਬਿਦ ਕੀ ਕ੍ਰਿਤ ਕਰਹੁ ਨਿਬਾਹੀ। ਇਸ ਤਰ੍ਹਾਂ ਦੀ ਸਪੁੱਤਰ ਗੁਰੂ ਨਾਨਕ ਸਾਹਿਬ ਜੀ ਜਿਹੜਾ ਕੰਮ ਹੈ ਉਹ ਤੁਸੀਂ ਨਿਭਾਉਣਾ ਕਰੋ, ਤਗੜਾ ਹੋ ਕੇ ਕੰਮ ਕਰੋ। ਅਟੁੱਟ ਹੋਏ ਸਭ ਕਿਛ ਘਰ ਮਾਹੀ। ਤੁਹਾਡੇ ਕੰਮ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਘਰ ਦੇ ਵਿੱਚ ਸਭ ਕੁਝ ਅਟੁੱਟ ਹੀ ਹੋ ਜਾਊਗਾ, ਅਖੁੱਟ ਨਾ ਮੁੱਕਣ ਵਾਲਾ। ਸ੍ਰੀ ਨਾਨਕ ਸੁਨ ਕਰ ਪਿਤ ਬਾਣੀ। ਸੋਭਾ ਵਾਲੇ ਗੁਰੂ ਨਾਨਕ ਸਾਹਿਬ ਜੀ ਸੁਣ ਕਰਕੇ ਪਿਤਾ ਦੇ ਬਚਨ। ਜੋ ਧਨ ਤ੍ਰਿਸ਼ਨਾ ਮਹਿ ਲਪਟਾਨੀ। ਜੋ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਕਲਿਆਣ ਚੰਦ ਜੀ ਦੀ ਜਿਹੜੀ ਬੁੱਧੀ ਹੈ ਆ ਧਨ ਦੇ ਵਿੱਚ ਹੀ, ਧਨ ਦੀ ਤ੍ਰਿਸ਼ਨਾ ਵਿੱਚ ਹੀ ਲਪਟੀ ਹੋਈ ਹੈ। ਬਾਣੀ ਵੀ ਧਨ ਦੀ ਤ੍ਰਿਸ਼ਨਾ ਵਿੱਚ ਹੀ ਲਪਟੀ ਹੋਈ ਹੈ। ਗੁਰੂ ਜੀ ਜਾਣ ਰਹੇ ਕਿ ਪਿਤਾ ਜੀ ਨੂੰ ਕਰੋੜਾਂ ਖਰਬਾਂ ਰੁਪਈਏ ਚਾਹੀਦੇ ਹਨ। ਸੁਨਹੁ ਪਿਤਾ ਜੀ ਆਇਸ ਜਾਸੀ। ਮਹਾਰਾਜ ਕਹਿੰਦੇ ਪਿਤਾ ਜੀ ਜਿਵੇਂ ਆਪ ਜੀ ਦੀ ਆਗਿਆ ਹੈ। ਕਹੋ ਆਪ ਹੋਂ ਕਰਹੁ ਤੈਸੀ। ਜਿਵੇਂ ਆਪ ਜੀ ਕਹਿੰਦੇ ਹੋ ਆ ਮੈਨੂੰ ਸਾਰਾ ਸਮਝਾ ਦਿਓ, ਮੈਂ ਉਸੇ ਤਰ੍ਹਾਂ ਹੀ ਆ ਕਰਾਂਗਾ। ਤਬ ਕਾਲੂ ਦੀਯ ਬੀਜ ਤੁਲਾਇਆ। ਸੁਣ ਕੇ ਬਾਬਾ ਕਲਿਆਣ ਚੰਦ ਜੀ ਨੇ ਟਾਈਮ ਨਹੀਂ ਲਾਇਆ, ਬੜੀ ਛੇਤੀ ਨਾਲ ਦਾਸ ਨੂੰ ਕਹਿ ਕੇ 1.25 ਮਣ ਬੀਜ ਜਿਹਾ ਤਲਾਇਆ ਹੈ ਤੇ ਦੇ ਦਿੱਤਾ ਗੁਰੂ ਜੀ ਨੂੰ। ਇੱਕ ਕਾਮਾ ਸੁਤ ਸੰਗ ਰਲਾਇਆ। ਇੱਕ ਜਿਹੜਾ ਨੌਕਰ ਕੰਮ ਕਰਨ ਵਾਲਾ ਕਾਮਾ ਹੈ ਗੁਰੂ ਨਾਨਕ ਸਾਹਿਬ ਜੀ ਨਾਲ ਉਹ ਵੀ ਰਲਾ ਦਿੱਤਾ, ਭੇਜ ਦਿੱਤਾ ਹੈ। ਲਾਂਗੁਲ ਬੀਜ ਲਏ ਕਰ ਦੋ। ਗੁਰੂ ਨਾਨਕ ਸਾਹਿਬ ਜੀ ਨੇ ਪੰਜਾਲੀ ਹਲ ਤੇ ਜਿਹੜਾ ਬੀਜ 1.25 ਮਣ ਤੋਲ ਕੇ ਦੋਵੇਂ ਹੀ ਚੀਜ਼ਾਂ ਨਾਲ ਲੈ ਲਈਆਂ ਹਨ। ਵਾਹਣ ਗਏ ਭੂਮਿਕਾ ਸੋ। ਸਤਿਗੁਰੂ ਜੀ ਧਰਤੀ ਨੂੰ, ਜ਼ਮੀਨ ਨੂੰ ਵਾਹੁਣ ਵਾਸਤੇ ਚਲੇ ਗਏ ਐ। ਕਹੂੰ ਕਾਢਿਓ ਸਿਆਰਾ। ਗੁਰੂ ਜੀ ਦੀ ਹੁਣ ਆਪਣੀ ਮੌਜ ਹੈ। ਇੱਕ ਤਾਂ ਨਾ ਚੰਗਾ ਜ਼ਿਮੀਂਦਾਰ ਉਹ ਕੱਲਾ ਸਿਆੜ ਜਿਹਾ ਕੱਢਦਾ, ਸੀਹਾਂ ਜਿਹਾ। ਗੁਰੂ ਨਾਨਕ ਸਾਹਿਬ ਜੀ ਨੇ ਮੌਜ ਵਿੱਚ ਆ ਕੇ ਐਵੇਂ ਕਿਤੇ ਆ ਜਿਹੜਾ ਸਿਆੜ ਜਿਹਾ ਕੱਢਿਆ ਹੈ। ਜਿਤੋ ਬੀਜ ਦੀਏ ਸਭ ਬਿਸਤਾਰਾ। ਪਿਤਾ ਜੀ ਨੇ ਜਿੰਨਾ ਹੀ ਉਹ 1.25 ਮਣ ਬੀਜ ਦਿੱਤਾ ਸੀ ਬੀਜਣ ਵਾਸਤੇ ਉਹ ਸਾਰਾ ਇੱਧਰ ਉੱਧਰ ਵਿਸਥਾਰ ਦਿੱਤਾ ਹੈ, ਖਿਲਾਰ ਦਿੱਤਾ ਹੈ। ਜਿਹੜੀਆਂ ਸਿਆੜਾਂ ਦੀਆਂ
ਉਹ ਕਿਤੇ ਕਿਤੇ ਕੱਢੀਆਂ ਹੋਈਆਂ ਹੈ। ਭਈ ਸਾਂਝ ਆਏ ਨਿਜ ਸਦਨਾ। ਸ਼ਾਮ ਹੋ ਗਈ ਹੈ, ਗੁਰੂ ਸਾਹਿਬ ਜੀ ਆਪਣੇ ਘਰ ਨੂੰ ਆਏ ਹੈ ਕਾਲੂ ਪਰਫੁੱਲਤ ਪਿਖ ਬਦਨਾ। ਕਿ ਪੁੱਤਰ ਜੀ ਅੱਜ ਕਮਾਈ ਕਰਕੇ ਆਏ ਹੈ, ਖੇਤੀ ਬੀਜ ਕੇ ਆਏ ਹੈ। ਗੁਰੂ ਸਾਹਿਬ ਜੀ ਦਾ ਮੁਖੜਾ ਦੇ ਕੇ ਬਾਬਾ ਕਾਲੂ ਜੀ ਦੇ ਬੜਿਆ ਖਿੜ ਰਹੇ ਹਨ। ਸ਼੍ਰੀ ਗੁਰ ਕਰ ਮਹਿ ਬਰਕਤ ਭਾਰੀ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਜੀ, ਸਤਿਗੁਰੂ ਨਾਨਕ ਮਹਾਰਾਜ ਜੀ ਦੇ ਹਸਤ ਕਮਲਾਂ ਵਿੱਚ ਤੇ ਬੜੀ ਭਾਰੀ ਬਰਕਤ ਹੈ। ਕਹੇ ਮਹਿ ਸ਼ਕਤ ਸੋ ਕਰ ਹੈ ਉਚਾਰੀ। ਕਿਸ ਵਿੱਚ ਭਾਵ ਮੇਰੇ ਵਰਗਿਆਂ 'ਚ ਕੀ ਸ਼ਕਤੀ ਹੈ ਕਿ ਮੈਂ ਉਚਾਰ ਕੇ ਕਹਿ ਸਕਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਭਾਵੇਂ ਉਹ ਬੀਜ ਇੱਦਾਂ ਹੀ ਸੁੱਟਿਆ ਹੈ, ਉਹ ਤੇ ਹੋ ਹੀ ਜਾਣਾ ਦੂਣਾ ਤੀਣਾ। ਮਹਾਰਾਜ ਮੇਰੇ ਵਰਗੇ ਉਹ ਆਪਣੇ ਇਸ ਛੋਟੇ ਜਿਹੇ ਮੁਖ ਤੋਂ ਕੀ ਕਹਿ ਸਕਦੇ ਗੁਰੂ ਜੀ ਦੀ ਬਰਕਤ ਬਾਰੇ। ਦਿਵਸ ਤੀਸਰੇ ਪੀ ਸਭ ਜਾਈ। ਬੀਜ ਬੀਜਣ ਨੂੰ ਅੱਜ ਤੀਸਰਾ ਦਿਨ ਹੋ ਗਿਆ ਹੈ। ਤੀਸਰੇ ਦਿਨ ਹੀ ਕਰੁੰਬਲ ਜੇ ਨਿਕਲਿਆ, ਹਰਿਆਲੀ ਜੀ ਛਾ ਗਈ ਖੇਤ ਵਿੱਚ। ਜਨ ਅਵਨੀ ਨਿਜ ਆਨੰਦ ਜਨਾਈ। ਜਾਨੋ ਮਾਨੋ ਕਿ ਧਰਤੀ ਨੇ ਆਪਣਾ ਆਨੰਦ ਹੀ ਜਣਾਇਆ, ਆਨੰਦ ਹੀ ਪ੍ਰਗਟ ਕਰਕੇ ਦਿਖਾ ਰਹੀ ਹੈ। ਕਾਲੂ ਜਾਏ ਕ੍ਰਿਖੀ ਜਬ ਦੇਖੀ। ਬਾਬਾ ਕਲਿਆਣ ਚੰਦ ਜੀ ਨੇ 2-4 ਦਿਨ ਪਾ ਕੇ ਜਦੋਂ ਖੇਤੀ ਦੇਖੀ ਹੈ, ਸਗਨ ਉਗੀ ਪਾ ਮੋਦ ਵਿਸ਼ੇਖੀ। ਬੜੀ ਸੰਘਣੀ ਉਹ ਬੀਜ ਬੀਜਾ ਖੇਤੀ ਉੱਗੀ ਹੈ, ਮਨ ਵਿੱਚ ਬੜੀ ਖੁਸ਼ੀ ਹੋਈ ਹੈ। ਹੋਏ ਤਾਤ ਮਮ ਵੱਡ ਕ੍ਰਿਖ ਕਾਰਾ। ਐਵੇਂ ਉੱਥੇ ਵਿਚਾਰਨਾ ਸ਼ੁਰੂ ਕਰ ਦਿੱਤਾ ਹੈ ਕਿ ਖੇਤੀ ਨੂੰ ਕਰਨ ਵਾਲਾ ਮੇਰਾ ਪੁੱਤਰ ਤੇ ਆ ਬੜਾ ਵੱਡਾ ਜ਼ਿਮੀਂਦਾਰ ਹੀ ਹੋਵੇਗਾ। ਦਿਉ ਬਸਾਏ ਇੱਕ ਗ੍ਰਾਮ ਨਿਰਾਰਾ। ਜਿਸੇ ਤਰ੍ਹਾਂ ਹੀ ਇਹ ਕੰਮ ਕਰਨਗੇ ਅੱਗੇ ਹੋ ਕੇ ਇੱਕ ਵੱਖਰੇ ਜਾਂ ਨੌਕਰ ਬਹੁਤੇ ਦੇ ਕੇ, ਬਹੁਤੇ ਖੇਰਜੇ ਦੇ ਕੇ ਇਹਨਾਂ ਨੂੰ ਵੱਖਰਾ ਹੀ ਪਿੰਡ ਮੈਂ ਵਸਾ ਦੂੰਗਾ। ਨਿਭ ਜਾਵਨ ਧਨ ਅਨਕ ਬਿਦਨ ਸੋ। ਇਸ ਤਰ੍ਹਾਂ ਵਿਚਾਰਾਂ ਕਰਦੇ ਐ ਜੋ ਧਨ ਨੂੰ ਅਨੇਕਾਂ ਤਰ੍ਹਾਂ ਨਾਲ ਹੀ ਪੈਦਾ ਕਰਨ ਦੀ ਵਿਧੀ ਹੈ। ਆਇਓ ਕਰਤ ਚਿਤਵਨ ਨਿਜ ਮਨ ਸੋ। ਆਪਣੇ ਮਨ ਵਿੱਚ ਚਿਤਵਣੀਆਂ ਜਿਹੀਆਂ ਕਰਦੇ ਬਾਬਾ ਕਲਿਆਣ ਚੰਦ ਜੀ ਘਰ ਨੂੰ ਆ ਗਏ ਐ ਕਿ ਗੁਰੂ ਨਾਨਕ ਸਾਹਿਬ ਜੀ ਜੇ ਐਵੇਂ ਕੰਮ ਕਰਨਗੇ ਆਹ ਚੰਗਾ ਹੀ ਪੈਸਾ ਆਉਣ ਲੱਗ ਪਊਗਾ ਆਉਂਦੇ ਦਿਨਾਂ ਨੂੰ। ਸ਼੍ਰੀ ਗੁਰੂ ਨਾਨਕ ਹਿਰਦੇ ਵਿਚਾਰੀ। ਇੱਧਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਅੰਤਰਜਾਮੀ ਆਪਣੇ ਹਿਰਦੇ ਜਿਵੇਂ ਵਿਚਾਰੀ ਗੱਲ। ਧਨ ਤ੍ਰਿਸ਼ਨਾ ਦਿਨ ਪ੍ਰਤ ਪਿਤ ਭਾਰੀ। ਗੁਰੂ ਜੀ ਨੇ ਵਿਚਾਰੀ ਹੈ ਕਿ ਜਿਹੜੀ ਧਨ ਦੀ ਤ੍ਰਿਸ਼ਨਾ ਬੜੀ ਮਾੜੀ ਹੈ। ਪਿਤਾ ਜੀ ਦੇ ਹਿਰਦੇ ਵਿੱਚ ਤੇ ਦਿਨੋਂ ਦਿਨ ਰੋਜ਼ ਰੋਜ਼ ਵੱਧਦੀ ਜਾ ਰਹੀ, ਬੜੀ ਭਾਰੀ ਹੋ ਰਹੀ ਹੈ। ਜਾਂ ਤੇ ਅਬ ਹੀ ਬਨ ਹੈ ਨਬੇਰੋ। ਇਸ ਕਰਕੇ ਇਹ ਤ੍ਰਿਸ਼ਨਾ ਬਹੁਤੀ ਨਾ ਵੱਧ ਜਾਵੇ, ਹੁਣ ਤੋਂ ਹੀ ਇਹ ਨਿਬੇੜਨੀ ਬਣਦੀ ਹੈ ਗੱਲ। ਧਨ ਖਟਣੇ ਕੋ ਮਿਟਵੈ ਝੇਰੋ। ਕਿ ਜਦੋਂ ਆ ਧਨ ਜਿਹਾ ਖੱਟ ਕੇ ਦੇ ਦਿੱਤਾ ਪਹਿਲੀ ਫਸਲ ਦਾ, ਫਿਰ ਕਹਿਣਗੇ ਵੀ ਗੁਰੂ ਨਾਨਕ ਸਾਹਿਬ ਪਿਛਲੇ ਸਾਲ ਤੇ ਇੰਨੀ ਨਿਕਲੀ ਖੇਤੀ, ਹੁਣ ਕਿਉਂ ਨਹੀਂ ਨਿਕਲੀ ਹੈ, ਕਿਉਂ ਨਹੀਂ ਤੂੰ ਮਿਹਨਤ ਕਰਦਾ, ਇਹੋ ਜਿਹੀਆਂ ਗੱਲਾਂ ਕਰਨਗੇ। ਇਹ ਜਿਹੜਾ ਝਮੇੜਾ ਹੈ, ਝਗੜਾ ਝੇੜਾ ਹੈ, ਇਹ ਤੇ ਹੁਣੇ ਮਿਟਾ ਕੇ ਰੱਖ ਦੇਣਾ ਚਾਹੀਦਾ ਹੈ। ਵੈਸੇ ਬਹਰ ਖੇਤ ਰਖਵਾਰੀ। ਮਹਾਰਾਜ ਹੁਣ ਖੇਤੀ ਥੋੜੀ ਉੱਪਰ ਹੋ ਰਹੀ, ਵੱਧ ਰਹੀ ਹੈ ਤੇ ਰਖਵਾਲੀ ਕਰਨ ਵਾਸਤੇ ਰਖਵਾਲੇ ਜੇ ਹੋ ਕੇ ਗੁਰੂ ਨਾਨਕ ਸਾਹਿਬ ਜੀ ਆ ਬੈਠੇ ਖੇਤ ਵਿੱਚ। ਬਰ ਜਹ ਕਿਸ ਨਾ ਚਰਹਿ ਪਸ ਝਾਰੀ। ਬਰਜ ਹੈ ਗੁਰੂ ਮਹਾਰਾਜ ਜੀ ਐਵੇਂ ਪਸ਼ੂ ਜਿਹੜੇ ਹੈ ਆ ਕੇ ਚਰਦੇ ਬੜੇ, ਕਿਸੇ ਨੂੰ ਨਹੀਂ ਵਰਜਦੇ ਵੀ ਆ ਤੁਸੀਂ ਖੇਤੀ ਨਾ ਖਾਓ। ਰਾਸ਼ਬ ਬੜਵਾ ਗੋ ਮ੍ਰਿਗ ਬ੍ਰਿੰਦਾ। ਖੋਤੇ ਘੋੜੇ ਗਾਵਾਂ ਹਿਰਨ ਇਹ ਸਾਰੇ ਆ ਕੇ ਖੇਤੀ 'ਚ ਬੜੇ ਹੋਏ ਤੇ ਖਾ ਰਹੇ ਆ ਰੱਜ ਰੱਜ ਕੇ। ਚਰਤ ਖੇਤ ਰਹਿ ਬੈਸ ਆਨੰਦਾ। ਖੇਤ ਨੂੰ ਚਰ ਰਹੇ ਐ, ਚੰਗੀ ਤਰ੍ਹਾਂ ਹਰਿਆ ਹਰਿਆ ਜਿਹੜਾ ਖੇਤ ਪੈਦਾ ਹੋਇਆ ਉਹਨੂੰ ਖਾ ਰਹੇ ਐ ਤੇ ਆਨੰਦ ਨਾਲ ਖਾ ਪੀ ਕੇ ਉੱਥੇ ਬੈਠੇ ਰਹਿੰਦੇ, ਕਿਤੇ ਇੱਧਰ ਉੱਧਰ ਨਹੀਂ ਜਾਂਦੇ।
ਪਾਣੀ ਦੀ ਥਾਂ ਵੀ ਉਹ ਖੇਤ ਵਿੱਚ ਘਾਹ ਹੀ ਖਾ ਰਹੇ ਐ। ਦਿਨ ਦੋਇਕ ਮਹਦੀਨ ਨਬੇਰੀ। ਇਵੇਂ ਉਹ ਖੋਤਿਆਂ ਘੋੜਿਆਂ ਹਿਰਨਾਂ ਨੇ 2 ਕੁ ਦਿਨਾਂ ਵਿੱਚ ਜਿਹੜੀ ਖੇਤੀਬਾੜੀ ਹੋਈ ਸੀ ਨਾ ਸਾਰੀ ਉਜਾੜ ਦਿੱਤੀ ਹੈ। ਇੱਕ ਨਾ ਬੂਟ ਜਹ ਸਗਨ ਕਨੇਰੀ। ਜਿੱਥੇ ਬੜੀ ਸੰਘਣੀ ਫਸਲ ਹੋਈ ਸੀ ਉੱਥੇ ਇੱਕ ਵੀ ਬੂਟਾ ਨਹੀਂ ਦਿਸ ਰਿਹਾ ਅੱਜ। ਕਾਲੂ ਗਇਓ ਬਿਲੋਕਨ ਖੇਤ। ਇਧਰੋਂ ਬਾਬਾ ਕਾਲੂ ਜੀ ਗਏ ਵੀ ਜਾ ਕੇ ਖੇਤੀ ਵੇਖੀਏ ਕਿੱਥੇ ਕੁ ਪਹੁੰਚੀ ਐ। ਟਿਗ ਬੈਠੇ ਬੇਦੀ ਕੁਲ ਕੇ ਤੂ। ਜੋ ਬੇਦੀਆਂ ਦੀ ਕੁਲ ਦੇ ਧੁਜਾ ਰੂਪ ਹੈ, ਨਿਸ਼ਾਨ ਹੈ ਗੁਰੂ ਨਾਨਕ ਸਾਹਿਬ ਜੀ। ਉਹਦੇ ਖੇਤੀ ਦੇ ਪਾਸ ਹੀ ਐਵੇਂ ਚੁੱਪ ਕਰਕੇ ਸ਼ਾਂਤ ਸਮਾਧੀ ਵਿੱਚ ਬੈਠੇ ਹੋਏ ਐ। ਫਿਰੈ ਕਿਦਾਰ ਮਦ ਪਸ ਬ੍ਰਿੰਦਾ। ਬਾਬਾ ਕਲਿਆਣ ਚੰਦ ਜੀ ਨੇ ਵੇਖਿਆ ਵੀ ਖੇਤ ਵਿੱਚ ਤੇ ਆ ਪਸ਼ੂ ਪੰਛੀ ਅੜੇ ਹਿਰਨ ਖੋਤੇ ਘੋੜਿਆ ਸਮੂਹ ਸਾਰੇ ਫਿਰ ਰਹੇ ਆਪਣੀ ਮੌਜ ਵਿੱਚ। ਕਿਸੈ ਨਾ ਬਰਜੈ ਆਨੰਦ ਕੰਦਾ। ਆਨੰਦ ਦੇ ਦਾਤੇ ਆਨੰਦ ਦੇ ਬੱਦਲ ਗੁਰੂ ਨਾਨਕ ਸਾਹਿਬ ਜੀ ਭੀਵੇਂ ਬੈਠੇ ਹੋਏ ਤੇ ਕਿਸੇ ਨੂੰ ਨਹੀਂ ਰੋਕ ਰਹੇ, ਆ ਕਿਸੇ ਖੋਤੇ ਘੋੜੇ ਨੂੰ ਨਹੀਂ ਭਜਾ ਰਹੇ। ਅਸਬਿਦ ਦੇਖ ਕ੍ਰੋਧ ਪਾਕਾਲੂ। ਇਸ ਤਰ੍ਹਾਂ ਵੇਖ ਕੇ ਬਾਬਾ ਕਲਿਆਣ ਚੰਦ ਜੀ ਨੂੰ ਤੇ ਬੜਾ ਹੀ ਗੁੱਸਾ ਹੀ ਚੜ ਆਇਆ ਦੇਖ ਕੇ। ਮੁਖ ਬੋਲਤ ਦੁਰਬਚਨ ਬਿਸਾਲੂ। ਗੁਰੂ ਨਾਨਕ ਸਾਹਿਬ ਜੀ ਨੂੰ ਬੜੇ ਜਿਹੜੇ ਖੋਟੇ ਬਚਨ ਹੈ ਨਾ ਮੁਖੋਂ ਬੋਲਣੇ ਸ਼ੁਰੂ ਕਰ ਦਿੱਤੇ। ਮੰਦ ਭਾਗ ਮੈਂ ਆਪਨ ਨਿਹਾਰਾ। ਕਹਿੰਦਾ ਹੋ ਗੁਰੂ ਨਾਨਕ ਸਾਹਿਬ ਪੁੱਤਰ ਆ ਤੇਰੇ ਵੱਲ ਵੇਖ ਕੇ ਤੇ ਮੈਂ ਆਉਣ ਵਾਲੀ ਜ਼ਿੰਦਗੀ 'ਚ ਆਪਣੇ ਮਾੜੇ ਭਾਗ ਹੀ ਦੇਖ ਰਿਹਾ ਹਾਂ। ਤੂੰ ਸੁਤ ਜਨਮਿਓ ਸਦਨ ਉਜਾਰਾ। ਤੂੰ ਮੇਰਾ ਪੁੱਤ ਮੇਰੇ ਘਰ ਹੋ ਕੇ ਮੇਰਾ ਘਰ ਜਾੜ ਨੂੰ ਹੀ ਪੈਦਾ ਹੋ ਗਿਆ ਹੈ। ਆਰ ਬਲਾ ਲਗ ਵਹਿ ਤਬ ਚਾਲੀ। ਆ ਛੋਟੀ ਉਮਰ ਵਿੱਚ ਹੀ ਮੈਂ ਤੇਰੀ ਚਾਲ ਚੱਲਣ ਤੇਰੇ ਕੰਮ ਜੇ ਦੇਖ ਲਏ ਸੀ। ਵਸਤ ਖੋਏ ਕੀਏ ਆਲਾ ਖਾਲੀ। ਉਦੋਂ ਵੀ ਛੋਟਾ ਹੁੰਦਾ ਵੀ ਕਈ ਘਰ ਦੀਆਂ ਵਸਤਾਂ ਤੂੰ ਗਵਾ ਦਿੱਤੀਆਂ ਹੈ, ਗਵਾ ਕਰਕੇ ਮੇਰਾ ਤੇ ਘਰ ਹੀ ਖਾਲੀ ਕਰ ਮਾਰਿਆ ਤੂੰ। ਉਚਿਤ ਕਮਾਵਨ ਅਬ ਪੀ ਬੈਸਾ। ਅਸੀਂ ਸੋਚਦੇ ਸੀ ਚਲੋ ਛੋਟਾ ਹੈ ਕੋਈ ਗੱਲ ਨਹੀਂ, ਵੱਡੇ ਹੋਣਗੇ ਸਮਝ ਜਾਣਗੇ। ਆ ਹੁਣ ਤੁਹਾਡੀ ਕਮਾਉਣ ਦੇ ਯੋਗ ਉਮਰ ਹੋਈ ਹੈ। ਕਰਨ ਕੋ ਕਾਜ ਲੱਗੇ ਪੁਨ ਐਸਾ। ਆ ਘਰ ਦਾ ਸਵਾਰਨਾ ਦੇ ਕੀ ਹੈ, ਸਗੋਂ ਖੋਟਾ ਜਿਹਾ ਕੰਮ ਜਿਹੜਾ ਕਰਨ ਲੱਗੇ ਹੈ ਉਹ ਜਿਹੜੇ ਬਚਪਨ ਵਿੱਚ ਚਾਲ ਚੱਲਣ ਉਹੀ ਤੁਸਾਂ ਨੇ ਫਿਰ ਫੜ ਲਏ ਐ। ਮੁਝ ਪਛਾਤ ਖਾਹੇ ਕ੍ਰਿਤ ਕਰ ਕੋ। ਉਹ ਪੁੱਤਰ ਗੁਰੂ ਨਾਨਕ ਸਾਹਿਬ ਮੈਂ ਕਹਿਣਾ ਮੈਂ ਜੇ ਕਿਤੇ ਮਰ ਖੱਬ ਗਿਆ ਮੇਰੇ ਮਰੇ ਤੋਂ ਬਾਅਦ ਦੱਸ ਕੀ ਤੂੰ ਕੀ ਕੰਮ ਕਰਕੇ ਖਾਏਗਾ। ਰਲੇ ਫਕੀਰਨ ਸੋ ਤਜ ਘਰ ਕੋ। ਮੈਂ ਤੇ ਇਹੀ ਵੇਖ ਰਿਹਾ ਹਾਂ ਕਿ ਤੂੰ ਕੁਝ ਨਹੀਂ ਕਰਨਾ ਹੈ, ਘਰ ਨੂੰ ਛੱਡ ਗਿਆ। ਫੱਕਰ ਜਿਹੜੇ ਫਕੀਰ ਨੰਗ ਮਲੰਗ ਉਹਨਾਂ ਨਾਲ ਹੀ ਜਾ ਕੇ ਮਿਲ ਜੁਲ ਜਾਣਾ ਹੈ। ਹੇਰ ਹੇਰ ਕਹਿਵਾਕ ਕਠੋਰਾ। ਖੇਤੀ ਉਜੜੀ ਨੂੰ ਵੇਖ ਕੇ ਉਹ ਖੋਤੇ ਘੋੜੇ ਹਿਰਨ ਬੈਠੇ ਹੋਏ ਐ। ਵੇਖ ਵੇਖ ਕੇ ਤੇ ਬਾਬਾ ਕਲਿਆਣ ਚੰਦ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਬੜੇ ਸਖਤੀ ਬਚਨ ਕਹਿ ਰਿਹਾ, ਗੁੱਸਾ ਚੜੀ ਜਾਂਦਾ ਹੈ। ਲੱਖ ਕੁਚਾਲ ਕੋ ਰੋਸ ਨਾ ਥੋਰਾ। ਗੁਰੂ ਨਾਨਕ ਸਾਹਿਬ ਜੀ ਨੇ ਤੇ ਕੋਈ ਖੋਟੀ ਚਾਲ ਕੀਤੀ ਨਹੀਂ ਹੈ, ਕੋਈ ਚਾਲ ਚੱਲਣ ਇਹੋ ਜਿਹਾ ਕੀਤਾ ਨਹੀਂ ਹੈ। ਗੁਰੂ ਜੀ ਦੇ ਹੁਣ ਪਿਤਾ ਜੀ ਨੂੰ ਮਾਇਆ ਦੀ ਤ੍ਰਿਸ਼ਨਾ ਤੋਂ ਢਾਹ ਰਹੇ ਹੈ, ਪਰ ਇੱਧਰ ਹੁਣ ਮਾਇਆ ਦਾ ਜਿਹੜਾ ਪ੍ਰਭਾਵ ਹੈ ਗੁਰੂ ਜੀ ਦੀ ਆਪਣੇ ਵੱਲੋਂ ਖੋਟੀ ਜੀ ਚਾਲ ਜਾਣ ਕੇ ਗੁੱਸਾ ਥੋੜਾ ਨਹੀਂ ਬਹੁਤਾ ਹੀ ਗੁੱਸਾ ਭਰਿਆ ਪਿਆ ਹੈ। ਤੁਝ ਜਨਮੇ ਤੇ ਕੋ ਗੁਣ ਮੋਹੀ। ਫਿਰ ਬੋਲਣ ਲੱਗੇ ਹੈ ਗੁਰੂ ਨਾਨਕ ਸਾਹਿਬ ਨੂੰ, ਪੁੱਤਰ ਤੇਰੇ ਦੇਹ ਜਨਮ ਤੇ ਆ ਮੈਨੂੰ ਕੀ ਗੁਣ ਹੋਇਆ, ਮੈਨੂੰ ਕੀ ਮਿਲਿਆ ਹੈ। ਜਾਂ ਤੇ ਭਲੋ ਰਹਿਤ ਮੈਂ ਯੋਹੀ। ਇਸ ਤੋਂ ਤੇ ਚੰਗਾ ਸੀ ਕਿ ਤੁਸੀਂ ਮੇਰੇ ਘਰ 'ਚ ਹੁੰਦੇ ਨਹੀਂ ਤੇ ਮੈਂ ਦੇ ਪੁੱਤਰ ਤੋਂ ਵਾਂਝਾ ਐਵੇਂ ਬਿਨਾਂ ਔਲਾਦ ਹੀ ਰਹਿੰਦਾ ਤਾਂ ਹੀ ਚੰਗਾ ਰਹਿੰਦਾ। ਇੱਕ ਸਪੂਤ ਬਹੁ ਦਰਬ ਕਮਾਵੈ। ਇੱਕ ਉਹ ਸਪੁੱਤਰ ਹੁੰਦੇ ਐ
ਜਿਹੜੇ ਵੱਡੇ ਹੋ ਕੇ ਬੜਾ ਪੈਸਾ ਕਮਾ ਕੇ ਦਿੰਦੇ ਆਪਣੇ ਪਿਓ ਨੂੰ। ਤੂੰ ਅਸ ਪਾ ਜੋ ਬਾਦ ਗਵਾਵਹਿ। ਤੂੰ ਤੇ ਮੇਰੇ ਘਰ ਐਸਾ ਹੋ ਗਿਆ ਹੈ ਕਿ ਦੇਣਾ ਲੈਣਾ ਦੇ ਕੀ ਹੈ, ਜਿਹੜਾ ਮੇਰਾ ਘਰ ਵਿੱਚ ਉਹ ਵੀ ਵਿਅਰਥ ਹੀ ਗਵਾ ਰਿਹਾ ਹੈ। ਜਾਏ ਨਗਰ ਪੁਨ ਦਿਜਬਰ ਸਦਨਾ। ਬੜਾ ਗੁੱਸਾ ਹੈ, ਬੁੱਲ ਜੇ ਫੜਫੜਾਉਂਦੇ ਹੋਏ ਰਾਏ ਭੋਏ ਦੀ ਤਲਵੰਡੀ ਨਗਰ ਚਲੇ ਗਏ, ਤੇ ਜਿਹੜਾ ਪ੍ਰੋਹਤ ਹਰਦਿਆਲ ਬ੍ਰਾਹਮਣ ਦਾ ਘਰ ਹੈ ਉੱਥੇ ਚਲੇ ਗਏ। ਉਪਾਲੰਬ ਕੋ ਕਹਿ ਬਚ ਬਦਨਾ। ਉੱਥੇ ਵੀ ਬੜੀਆਂ ਅੱਖਾਂ ਨੇਤਰ ਜੇ ਲਾਲ ਕਰਕੇ ਜਿਹੜੇ ਮੁਖ ਤੋਂ ਬਚਨ ਹੈ ਉਲਾਂਬੇ ਜੇ ਵਾਲੇ ਕਹਿਣ ਲੱਗੇ ਪ੍ਰੋਹਤ ਹਰਦਿਆਲ ਨੂੰ। ਵੇਦ ਪੁਰਾਨ ਸਭੇ ਤੁਮ ਝੂਠੇ। ਉਹ ਪ੍ਰੋਹਤ ਹਰਦਿਆਲ, ਮੈਨੂੰ ਤੇ ਦਿਖ ਰਿਹਾ ਕਿ ਜਿਹੜੇ ਤੁਹਾਡੇ ਵੇਦ ਪੁਰਾਣ ਤੇ ਸਾਰੇ ਝੂਠੇ ਹੀ ਐ। ਸੋਦੇ ਕਹਿਓ ਹੋਤ ਹੈ ਪੂਠੇ। ਵੀ ਤੁਸੀਂ ਕੁਝ ਕਹਿੰਦੇ, ਤੁਸੀਂ ਸਿੱਧੇ ਬਚਨ ਕਹਿੰਦੇ ਆ ਤੇ ਪੁੱਠੇ ਹੋ ਰਹੇ। ਤੁਸਾਂ ਨੇ ਕੀ ਕਿਹਾ ਸੀ, ਆ ਤੇ ਸਭ ਕੁਝ ਪੁੱਠਾ ਹੀ ਹੋ ਗਿਆ ਸਾਰਾ। ਕਿਦੋਂ ਨਾ ਤੁਮ ਤੇ ਜਾਤ ਵਿਚਾਰੇ। ਅਥਵਾ ਜਾਂ ਤੇ ਤੇਰੇ ਕੋਲੇ ਜਿਹੜੇ ਵੇਦ ਪੁਰਾਣ ਹੈ, ਸਮੁੰਦਰਿਕ ਵਿਦਿਆ, ਜੋਤਿਸ਼ ਦੀ ਵਿਦਿਆ, ਉਹ ਵਿਚਾਰੀ ਨਹੀਂ ਗਈ। ਚੰਗੀ ਤਰ੍ਹਾਂ ਤੂੰ ਪੜਿਆ ਪੁੜਿਆ ਹੀ ਨਹੀਂ ਲੱਗਦਾ ਮੈਨੂੰ। ਕਿਦੋਂ ਹਰਖ ਹਿਤ ਪਾਜ ਉਜਾਰੇ। ਜਾਂ ਤੇ ਫਿਰ ਮੇਰੀ ਖੁਸ਼ੀ ਦੇ ਵਾਸਤੇ ਮੈਂ ਝੂਠ ਹੀ ਤੂੰ ਬੋਲਦਾ ਰਿਹਾ ਹਰਦਿਆਲ ਪੰਡਤ। ਭਲੀ ਸ਼ਤਰ ਕੀ ਦੀਨ ਵਡਾਈ। ਤੂੰ ਤੇ ਕਹਿਣਾ ਸੀ ਇਹਨਾਂ 'ਚ 32 ਲੱਛਣ ਹੈ, ਚੱਕਰਵਰਤੀ ਪਾਤਸ਼ਾਹ ਹੋਣਗੇ, ਚਵਰ ਸ਼ਤਰ ਦੇ ਮਾਲਕ ਹੋਣਗੇ। ਆ ਚੰਗੀ ਤੂੰ ਮੈਨੂੰ ਜਿਹੜੀ ਸ਼ਤਰ ਦੀ ਵਡਿਆਈ ਦਿੱਤੀ, ਚੰਗਾ ਸ਼ਤਰ ਚਲਾਇਆ ਮੇਰੇ ਉੱਪਰ। ਪੂਰਬ ਐਸ਼ਵਰਜ ਜਾਸ ਘਟਾਈ। ਸ਼ਤਰ ਦੇ ਕੀ ਝੁਲਣਾ, ਜਿਹੜੀ ਪਹਿਲੇ ਮੇਰੇ ਘਰ ਵਿੱਚ ਪੈਸਾ ਧੇਲਾ ਹੈ, ਜਦੋਂ ਦਾ ਪੈਦਾ ਹੋਇਆ ਗੁਰੂ ਨਾਨਕ ਨੇ ਤੇ ਸਗੋਂ ਘਾਟਾ ਹੀ ਪਾ ਦਿੱਤਾ, ਘਟਾ ਹੀ ਦਿੱਤਾ ਮੇਰਾ ਪੈਸਾ ਧੇਲਾ। ਅਬ ਬੀਜਿਓ ਸਭ ਖੇਤ ਨਿਪਾਤੂ। ਉਹ ਕਹਿੰਦਾ ਹਰਦਿਆਲ ਪੰਡਤ ਵੀ ਕਲਿਆਣ ਚੰਦ ਕੀ ਹੋ ਗਿਆ ਹੈ, ਕਿਉਂ ਐਵੇਂ ਇਸ ਤਰ੍ਹਾਂ ਬੋਲ ਰਿਹਾ ਹੈ। ਕਹਿਣ ਲੱਗੇ ਕੀ ਦੱਸਾਂ ਤੈਨੂੰ, ਆ ਹੁਣ ਦਿੱਤਾ ਸੀ 1.25 ਮਣ ਬੀਜ ਕਿ ਪੁੱਤਰ ਤੂੰ ਖੇਤੀ ਕਰ ਲਾ, ਕੁਝ ਕਰ ਲਿਆ ਕਰ। ਤੇ ਮੈਂ ਦਿੱਤਾ ਸੀ ਨਾ, ਖੇਤੀ ਬੀਜੀ ਸੀ। ਉਹ ਸਾਰੀ ਹੁਣ ਗੱਲ ਦੱਸ ਰਹੇ, ਕਹਿੰਦੇ ਆ ਹੁਣ ਬੀਜਿਆ ਸੀ ਸਾਰਾ ਖੇਤ, ਉਹਨੂੰ ਉਜਾੜ ਕੇ ਰੱਖ ਦਿੱਤਾ ਹੈ। ਪਸ ਚਰਵਾਏ ਨਾ ਕੀਨੀ ਤਰਾਤੂ। ਪਸ਼ੂਆਂ ਨੂੰ ਚਰਾ ਦਿੱਤਾ, ਸਾਰੇ ਪਸ਼ੂ ਖੇਤ ਦੇ ਵਿੱਚ ਹੀ ਬੈਠੇ ਮੈਂ ਦੇਖੇ ਐ, ਤੇ ਰਖਵਾਲੀ ਕਰਨ ਵਾਸਤੇ ਬਿਠਾਇਆ ਸੀ, ਕੋਈ ਰਖਵਾਲੀ ਨਹੀਂ ਕੀਤੀ ਇਸ ਮੇਰੇ ਪੁੱਤਰ ਨੇ। ਜਬ ਕੋ ਜਨਮਿਓ ਇਨ ਸੁਧ ਲੀਨੀ। ਮੈਂ ਤੇ ਦੇਖ ਰਿਹਾ ਜਦੋਂ ਦਾ ਇਹ ਜਨਮਿਆ ਨਾ, ਪੈਦਾ ਹੋਇਆ ਤੇ ਆ ਖਬਰ ਸੁਧ ਜੀ ਲਈ, ਹੋਸ਼ ਜੀ ਸੰਭਾਲੀ ਐ। ਧਨ ਖਟਨ ਕੀ ਕ੍ਰਿਤ ਨਾ ਕੀਨੀ। ਲੋਕਾਂ ਘਰ ਔਲਾਦ ਹੁੰਦੀ, ਪੈਸਾ ਕਮਾਉਂਦੀ, ਧਨ ਖੱਟਦੀ ਆ, ਧਨ ਖੱਟਣ ਦਾ ਕੰਮ ਤੇ ਇਸਨੇ ਇੱਕ ਵੀ ਨਹੀਂ ਕੀਤਾ ਮਾੜਾ ਮੋਟਾ ਵੀ। ਖੋਇਓ ਸੰਚਿਓ ਪੂਰਬ ਮੇਰੋ। ਮੇਰਾ ਜਿਹੜਾ ਪਹਿਲਾਂ ਕੋਈ ਇਕੱਠਾ ਕੀਤਾ ਹੋਇਆ ਪੈਸਾ ਸੀ, ਸਗੋਂ ਉਹ ਵੀ ਇਹਨੇ ਗਵਾ ਦਿੱਤਾ ਬਹੁਤਾ ਅੱਜ ਤੱਕ। ਜਾਂ ਤੇ ਬਿਫਲ ਪਇਓ ਬਚ ਤੇਰੋ। ਇਸੇ ਵਾਸਤੇ ਮੈਂ ਵੇਖ ਰਿਹਾ ਕਿ ਤੇਰੀ ਵੀ ਕੋਈ ਵਿਦਿਆ ਪੜ੍ਹਾਈ ਹੈ ਨਹੀਂ, ਤੇਰੇ ਬਚਨ ਸਾਰਿਆਂ ਨਿਸਫਲ ਹੀ ਹੋ ਗਏ, ਕਿਸੇ ਸਿਰੇ ਨਹੀਂ ਚੜੇ। ਕੀ ਕਹਿੰਦਾ ਸੀ ਤੇ ਪੁੱਠੇ ਹੀ ਪੈ ਗਏ ਸਾਰੇ। ਬੋਲਿਓ ਬਚਨਾ ਬਿਪਰ ਪਰ ਬੀਨਾ। ਜੋ ਸਿਆਣਾ ਵਿਪਰ ਹੈ ਨਾ ਪੰਡਿਤ ਹਰਦਿਆਲ, ਬਾਬਾ ਕਲਿਆਣ ਚੰਦ ਜੀ ਦੇ ਇਹੋ ਜਿਹੇ ਬਚਨ ਸੁਣ ਕੇ ਉਹ ਬੋਲਿਆ ਫਿਰ। ਜਿਹੇ ਮਨ ਸ਼੍ਰੀ ਨਾਨਕ ਜਸ ਲੀਨਾ। ਜਿਸ ਪੰਡਿਤ ਹਰਦਿਆਲ ਦੇ ਮਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਜਸ ਲੀਨ ਹੀ ਹੋਇਆ, ਜਿਸ ਦਾ ਮਨ ਜਸ ਵਿੱਚ ਲੀਨ ਹੋਇਆ ਹੈ। ਸੁਨ ਕਾਲੂ ਤੂੰ ਮੂਲੋਹ ਭੂਲਾ। ਉਹ ਕਾਲੂ ਤੂੰ ਤੇ ਐਵੇਂ ਮਾਇਆ ਦੇ ਪ੍ਰਭਾਵ ਕਰਕੇ ਮੁੱਢੋਂ ਹੀ ਭੁੱਲਿਆ ਹੋਇਆ ਹੈ। ਸੁਤ ਸੁਸ਼ੀਲ ਤੇ ਨਿਤ ਪ੍ਰਤਕੂਲਾ। ਤੇਰੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਦੇ ਬੜੇ ਸੁਸ਼ੀਲ ਠੰਡੇ ਸੁਭਾਅ ਵਾਲੇ ਹੈ, ਪਰ ਤੂੰ ਜਦੋਂ ਦਾ ਉਹ ਨਾ ਹੋਸ਼ ਸੰਭਾਲੀ, ਤੂੰ ਤੇ ਹਮੇਸ਼ਾ
ਉਲਟੀ ਉਹਨਾਂ ਦੇ ਹੋਇਆ ਰਿਆਂ ਤੇ ਹੋ ਰਿਹਾ ਹੈ। ਬਾਰ ਬਾਰ ਮੈਂ ਤੁਝ ਸਮਝਾਇਓ, ਮੈਂ ਤੇ ਤੈਨੂੰ ਬਾਰ-ਬਾਰ ਪਹਿਲਾਂ ਵੀ ਸਮਝਾਇਆ ਹੈ। ਜਗਤ ਉਧਾਰਨ ਹਿਤ ਇਹ ਆਇਓ, ਜੋ ਗੁਰੂ ਨਾਨਕ ਸਾਹਿਬ ਜੀ ਇਹੋ ਜਿਹੇ ਕੰਮ ਕਰਨ ਵਾਸਤੇ ਨਹੀਂ ਆਏ, ਤੇ ਸੰਸਾਰ ਦੇ ਭਲੇ ਵਾਸਤੇ ਤਾਰਨ ਵਾਸਤੇ ਆਏ ਹੋਏ ਐ। ਭਗਵਤ ਗੀਤਾ ਸਾਰ ਵਿਚਾਰਾ, ਤੈਨੂੰ ਯਾਦ ਕਰ ਤੂੰ ਉਸ ਦਿਨ ਨੂੰ ਕਿ ਜੋ ਸ਼੍ਰੀਮਦ ਭਗਵਤ ਗੀਤਾ ਹੈ, ਸ਼੍ਰੀ ਕ੍ਰਿਸ਼ਨ ਭਗਵਾਨ ਨੇ ਅਰਜਨ ਦੇ ਪ੍ਰਥਾਏ ਉਚਾਰੀ ਸੀ, ਤੇ ਉਸ ਦਾ ਜਿਹੜਾ ਸਾਰ ਹੈ ਸਪਤ ਸ਼ਲੋਕੀ ਗੀਤਾ, ਜਿਹਦੇ ਵਿੱਚ 7 ਸ਼ਲੋਕ ਆਉਂਦੇ ਹੈ। ਤੇ ਉਹਨੂੰ ਕਿਵੇਂ ਇਹਨਾਂ ਨੇ ਵਿਚਾਰਿਆ ਸੀ ਕਿ ਸਪਤ ਸ਼ਲੋਕੀ ਗੀਤਾ, ਜਿਹਦੇ ਵਿੱਚ ਸ਼੍ਰੀਮਦ ਭਾਗਵਤ ਗੀਤਾ ਦਾ 700 ਸ਼ਲੋਕ ਹੈ, ਉਹ 700 ਸ਼ਲੋਕ ਤੋਂ 7 ਸ਼ਲੋਕਾਂ ਵਿੱਚ ਹੀ ਸਾਰਾ ਸਾਰ ਰੂਪ ਕੱਢਿਆ ਸਪਤ ਸ਼ਲੋਕੀ ਗੀਤਾ ਵਿੱਚ। ਉਹਦੇ ਵਿੱਚ ਸਿਧਾਂਤ ਦੱਸਿਆ ਹੈ, ਉਹਨੂੰ ਕਹਿੰਦਾ ਸਪਤ ਸ਼ਲੋਕੀ ਗੀਤਾ। ਆਪਾਂ ਵਿਸਥਾਰ ਸਹਿਤ ਪਿੱਛੇ ਸਰਵਣ ਕਰ ਹੀ ਆਏ ਹਾਂ। ਪੰਡਿਤ ਹਰਦਿਆਲ ਜੀ ਕਹਿ ਰਹੇ ਹੈ, ਕਲਿਆਣ ਚੰਦ ਮੈਂ ਤੇ ਤੈਨੂੰ ਪਹਿਲਾਂ ਸਮਝਾਇਆ ਹੈ ਕਿ ਇਹਦੇ ਸੰਸਾਰ ਦੇ ਆਧਾਰ ਵਾਸਤੇ ਆਏ ਆ। ਯਾਦ ਕਰ ਉਸ ਦਿਨ ਨੂੰ ਜਿਸ ਦਿਨ ਇਹਨਾਂ ਨੇ ਭਗਵਤ ਗੀਤਾ ਦਾ ਜਿਹੜਾ ਸਾਰ ਹੈ ਸਪਤ ਸ਼ਲੋਕੀ ਗੀਤਾ ਸੀ, ਉਸ ਨੂੰ ਵਿਚਾਰ ਕੇ ਪੜ੍ਹ ਕੇ ਤੁਹਾਨੂੰ ਅਰਥ ਸੁਣਾਏ ਸੀ। ਕਰੈ ਪੜ੍ਹੇ ਬਿਨ ਸ਼ਬਦ ਉਚਾਰਾ, ਨਾ ਕੋਈ ਪੜ੍ਹਨਾ ਕੀਤਾ ਸੀ, ਪੜ੍ਹੇ ਤੋਂ ਬਿਨਾਂ ਹੀ ਪੜ੍ਹ ਕੇ ਵੀ ਸੁਣਾ ਦਿੱਤਾ, ਅਰਥ ਵੀ ਸੁਣਾ ਦਿੱਤੇ। ਤੇ ਤੂੰ ਵੇਖਿਆ ਨਹੀਂ ਹੈ ਕਿਵੇਂ ਉਹ ਗੁਰਬਾਣੀ ਦੇ ਸ਼ਬਦ ਵੀ ਵਿਚਾਰੀ ਜਾਂਦੇ ਐ। ਜਿਨ ਮੋਕੋ ਸ਼ੁਭ ਦੀਨੋ ਗਿਆਨਾ, ਜਿਸ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆ ਜੰਝੂ ਪਾਉਣ ਦੇ ਬਹਾਨੇ ਮੈਨੂੰ ਵੀ ਆ ਸ਼ੁਭ ਬ੍ਰਹਮ ਗਿਆਨ ਦਾ ਉਪਦੇਸ਼ ਦਿੱਤਾ ਹੈ। ਜਿਹੇ ਬਚ ਸੁਨ ਮਮ ਮਨ ਠਹਿਰਾਨਾ, ਉਹ ਕਾਲੂ ਤੇਰਾ ਕਿਉਂ ਨਹੀਂ ਮਨ ਠਹਿਰਦਾ, ਜਿਨ੍ਹਾਂ ਦੇ ਬਚਨ ਸੁਣ ਕੇ ਆ ਮੇਰਾ ਮਨ ਤੇ ਇਹ ਸਥਿਤ ਹੋ ਗਿਆ, ਠਹਿਰ ਗਿਆ, ਟਿਕ ਗਿਆ ਹੈ। ਲੋਕ ਉਦਾਹਰਨ ਕਰਹਿ ਅਨੇਕੂ, ਲੋਕਾਂ ਨੂੰ ਉਦਾਹਰਨ ਮੇਰੀ ਗੱਲ ਤੇ ਕੀ ਹੈ ਇਹ ਤੇ ਵੇਖ ਲਿਓ। ਆਉਣ ਵਾਲੇ ਸਮੇਂ ਵਿੱਚ ਨੇਕਾਂ ਦਾ ਉਧਾਰ ਕਰਨਗੇ ਗੁਰੂ ਨਾਨਕ ਸਾਹਿਬ ਜੀ। ਜਪਹਿ ਜਾਪ ਜੋ ਪਾਏ ਬਬੇਕੂ, ਜਿਹੜਾ ਇਹਨਾਂ ਦਾ ਦੱਸੇ ਹੋਏ ਜਾਪ ਸਤਿਨਾਮ ਵਾਹਿਗੁਰੂ ਨੂੰ ਜਪੇਗਾ, ਇਹਨਾਂ ਦੇ ਨਾਮ ਨੂੰ ਜਪੇਗਾ, ਉਹ ਬਬੇਕੂ ਜਿਹੜੀ ਜੀਵ ਈਸ਼ ਦੀ ਵਿਚਾਰ ਹੈ ਨਾ, ਬ੍ਰਹਮ ਗਿਆਨ ਵਿਚਾਰ ਨੂੰ ਪਾ ਲਏਗਾ। ਮੁਝ ਕੋ ਦੀਸਤ ਬਿਸ਼ਨ ਸਮਾਨਾ, ਮੈਨੂੰ ਤੇਰਾ ਦੇ ਪਤਾ ਨਹੀਂ ਕਲਿਆਣ ਚੰਦ, ਮੈਨੂੰ ਤੇ ਗੁਰੂ ਨਾਨਕ ਸਾਹਿਬ ਜੀ ਵਿਸ਼ਨੂੰ ਭਗਵਾਨ ਦੇ ਸਮਾਨ ਸਮਰਾਥੀ ਜਾਪਦੇ ਐ। ਕਲਾਵਾਨਾ ਸਭ ਸ਼ੁਭ ਗੁਣ ਖਾਨਾ, ਤੇਰੇ ਸੁਪੁੱਤਰ ਇਹਨਾਂ ਨੂੰ ਐਵੇਂ ਨਾ ਸਮਝ, ਸਾਰੀਆਂ ਸ਼ਕਤੀਆਂ ਦੇ ਮਾਲਕ ਦੇ ਗੁਣਾਂ ਦੀ ਖਜ਼ਾਨਾ ਹੀ ਐ। ਬੇਪਰ ਬਚਨ ਸੁਨ ਕਰ ਤਬ ਕਾਲੂ, ਹੁਣ ਬ੍ਰਾਹਮਣ ਨੇ ਨੀ ਸਿਫਤ ਕਰ ਦਿੱਤੀ ਗੁਰੂ ਨਾਨਕ ਸਾਹਿਬ ਜੀ ਦੀ। ਉਸ ਬ੍ਰਾਹਮਣ ਪੰਡਿਤ ਹਰਦਿਆਲ ਦੇ ਬਚਨ ਸੁਣ ਕੇ ਬਾਬਾ ਕਲਿਆਣ ਚੰਦ ਜੀ ਸਦਨਹ ਆਇਓ ਰੋਸ ਬਿਸਾਲੂ, ਗੁੱਸਾ ਦੇ ਮਰਿਆ ਨਹੀਂ ਹੈ, ਹਜੇ ਵੀ ਗੁੱਸਾ ਬੜਾ, ਤੇ ਘਰ ਨੂੰ ਹੀ ਮੁੜ ਆਇਆ ਵੀ ਕਿਹਨੂੰ ਕਵਾਂ ਮੈਂ ਹੁਣ। ਤੇ ਪਾਛੇ ਸ੍ਰੀ ਗੁਰ ਜਗਤੇਸ਼ਾ, ਇਸ ਦੇ ਪਿੱਛੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਗਤ ਦੇ ਮਾਲਕ। ਰਹਿਤ ਉਦਾਸ ਦੁਰਾਏ ਬੈਸੇ, ਰਹਿਤ ਉਦਾਸ ਦੁਰਾਏ ਬੇਸਾ, ਆਪਣੇ ਸਰੂਪ ਨੂੰ ਵਿੱਚ ਛੁਪਾ ਕੇ ਰੱਖਦੇ, ਉਪਰਾਮ ਜੇ ਰਹਿੰਦੇ, ਕਿਸੇ ਨਾਲ ਬੋਲ ਚਾਲ ਨਹੀਂ ਕਰਦੇ। ਹੁਣ ਕੋ ਕਲਾਵਾਨ ਕਰ ਕਹਈ, ਕੋਈ ਤੇ ਜਿਹਦੀ ਸ੍ਰੇਸ਼ਟ ਮੱਤ ਹੈ, ਉਹ ਤੇ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਜੀ ਸ਼ਕਤੀਆਂ ਦੇ ਮਾਲਕ ਹੈ। ਜੋ ਸਤ ਸੰਗੀ ਮਾਨਵ ਅਹਈ, ਇਹ ਕੌਣ ਕਹਿੰਦੇ? ਜਿਹੜੇ ਸਤ ਸੰਗੀ ਹੈ ਨਾ, ਜਿਨ੍ਹਾਂ ਦੀ ਜਿਹੜੇ ਸਤਸੰਗ ਕਰਦੇ ਸਾਧੂਆਂ ਦੀ ਸੰਗਤ ਪ੍ਰੇਮ ਭੇਜਾ ਹੋਇਆ, ਜਿਨ੍ਹਾਂ ਮਨੁੱਖਾਂ ਦਾ ਵਾਹਿਗੁਰੂ ਦੀ ਸੰਗਤ ਦੇ ਵਿੱਚ, ਉਹ ਕਹਿੰਦੇ ਇਸ ਤਰ੍ਹਾਂ ਨਹੀਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਸ਼ਕਤੀਆਂ ਦੇ ਮਾਲਕ ਪੂਰਨ ਬ੍ਰਹਮ ਗਿਆਨੀ, ਪੂਰਨ ਪਰਮੇਸ਼ਰ ਹੀ ਆਇਆ ਹੋਇਆ ਹੈ।
ਨਰ ਮਤ ਮੰਦ ਨਾ ਲਖ ਸੁਖ ਕੰਦਾ। ਜਿਹੜੇ ਮਨੁੱਖ ਥੋੜੀ ਭੈੜੀ ਮੰਦ ਬੁੱਧੀ ਵਾਲੇ ਆ ਉਹ ਸੁੱਖਾਂ ਦੇ ਬੱਦਲ ਗੁਰੂ ਨਾਨਕ ਸਾਹਿਬ ਜੀ ਨੂੰ ਜਾਣ ਨਹੀਂ ਸਕਦੇ। ਨਹ ਜਾਣਹਿ ਇਹ ਰੂਪ ਮੁਕੰਦਾ। ਉਹ ਜਾਣਦੇ ਨਹੀਂ ਹੈ ਵੀ ਇਹ ਤੇ ਜੋ ਮੁਕਤੀ ਦਾਤਾ ਨਾ ਪਰਮੇਸ਼ਰ ਉਸ ਦਾ ਸਰੂਪ ਹੈ। ਗੁਰੂ ਨਾਨਕ ਸਾਹਿਬ ਜੀ ਨਹੀਂ ਜਾਣਦੇ ਬੇਸਮਝ ਲੋਗ। ਵਹਿਰ ਨਗਰ ਤੇ ਬਿਪਟਪ ਵਹਿਰ ਨਗਰ ਤੇ ਬਿਟਪ ਜੋ ਦੂਰਾ। ਰਾਏ ਭੋਏ ਤਲਵੰਡੀ ਨਗਰ ਤੋਂ ਬਾਹਰ ਜਿਹੜਾ ਇੱਕ ਜਿੱਥੇ ਰੁੱਖ ਬਾਰ-ਬਾਰ ਦੂਰ ਜੇ ਹਨ। ਬਾਸਰ ਬੈਸਹਿ ਤਹ ਜਗ ਮੂਰਾ। ਜਗਤ ਦੇ ਜੋ ਮੋਢ ਹੈ, ਜਗਤ ਦਾ ਜੋ ਕਾਰਨ, ਗੁਰੂ ਨਾਨਕ ਸਾਹਿਬ ਜੀ ਪਿੰਡ ਤੋਂ ਬਾਹਰ ਰੁੱਖਾਂ ਥੱਲੇ ਹੁਣ ਬਾਹਰ ਬੈਠ ਰਹਿੰਦੇ ਐ ਸਾਰਾ ਦਿਨ। ਕਾਲ ਬਿਤਾਵਹਿ ਰਹਤ ਇਕਾਕੀ। ਇਕੱਲੇ ਰਹਿੰਦਿਆਂ ਹੋਇਆਂ ਹੀ ਸਾਰਾ ਸਮਾਂ ਇਕਾਂਤ ਵਿੱਚ ਹੀ ਬਿਤਾਉਂਦੇ ਐ। ਬੋਲਣ ਮਿਲਣ ਨਾ ਲੈ ਸੁਧ ਕਾਕੀ। ਨਾ ਕਿਸੇ ਨਾਲ ਬੋਲਦੇ ਐ, ਨਾ ਕਿਸੇ ਨਾਲ ਮਿਲਦੇ, ਨਾ ਦੁੱਖ ਸੁੱਖ ਦੀ ਕੋਈ ਖਬਰ ਹੀ ਸਾਰ ਲੈਂਦੇ ਕਿਸੇ ਦੀ। ਇੱਕ ਦਿਵਸ ਪਾਦਪ ਦਲ ਸੁੰਦਰ। ਇੱਕ ਦਿਨ ਦੀ ਗੱਲ ਹੈ ਕਿ ਰੁੱਖਾਂ ਦੇ ਜਿਸ ਰੁੱਖ ਦੇ ਬੜੇ ਸੁੰਦਰ ਪੱਤੇ ਐ। ਸਗਨ ਛਾਉ ਬੈਠੇ ਗੁਣ ਮੰਦਰ। ਜਿਸ ਰੁੱਖ ਦੀ ਬੜੀ ਸੰਘਣੀ ਛਾਂ ਹੈ ਤੇ ਗੁਣਾਂ ਦੇ ਮੰਦਰ ਗੁਰੂ ਸਾਹਿਬ ਜੀ ਉੱਥੇ ਬੈਠੇ ਐ। ਜਬ ਦਿਨ ਕੇ ਜੁਗ ਜਾਮ ਬਿਤਾਏ। ਇਸ ਤਰ੍ਹਾਂ ਜਦੋਂ ਦਿਨ ਦੇ 2 ਕੁ ਪੈਰ 6 ਘੰਟੇ ਬੀਤ ਗਏ ਐ। ਦੁੱਖ ਮੋਚਨ ਲੋਚਨ ਅਲਸਾਏ। ਦੁੱਖਾਂ ਨੂੰ ਕੱਟਣ ਵਾਲੇ ਗੁਰੂ ਸਾਹਿਬ ਜੀ ਅਲਸਾਏ। ਅਲਸਾਏ ਕਾਦਾ ਭਾਵ ਹੁਣ ਕੌਤਕ ਕਰਨਾ ਹੈ ਤੇ ਨੇਤਰ ਜੇ ਮੂੰਦੇ ਐ। ਸੁੰਦਰ ਬਸਤਰ ਵਿਛਾਏ ਬਿਛੋਨਾ। ਸੁੰਦਰ ਜਿਹੜਾ ਵਸਤਰ ਹੈ, ਜਿਹੜਾ ਪਾਸ ਹੀ ਰੱਖਦੇ ਸੀ ਚਿੱਟਾ ਜਿਹਾ ਚਾਦਰਾ, ਗੁਰੂ ਜੀ ਨੇ ਉਸ ਨੂੰ ਵਿਛਾਉਣਾ ਕੀਤਾ। ਵਿਛਾਉਣਾ ਪੌਡੇ ਪੁਨ ਅਨਕੰਪਾ ਪੌਨਾ। ਕਿਰਪਾ ਦੇ ਘਰ ਗੁਰੂ ਨਾਨਕ ਸਾਹਿਬ ਜੀ ਐਵੇਂ ਲੇਟ ਗਏ ਐ। ਦੋਏ ਮਹੂਰਤ ਜਬ ਹੈ ਬਿਤਾਵਾ। 2 ਮੂਰਤ ਭਾਵ 4 ਘੜੀਆਂ ਜਦੋਂ ਬੀਤ ਗਈਆਂ ਹੈ। 1 ਘੰਟਾ 2 ਮੂਰਤ ਹੁੰਦੇ ਆ। 2 ਘੜੀਆਂ ਦਾ 1 ਮੂਰਤ ਹੁੰਦਾ ਹੈ ਤੇ 4 ਘੜੀਆਂ ਦਾ ਜਿਹੜਾ ਹੈ 4 ਘੜੀਆਂ 2.5 ਘੜੀਆਂ ਦੇ 1 ਘੰਟਾ ਹੁੰਦਾ ਹੈ। 6 ਘੜੀਆਂ ਦਾ ਜਿਹੜਾ ਹੈ ਸਾਧ ਸੰਗਤ ਜੀ 1 ਘੰਟਾ 36 ਮਿੰਟ ਬਣਦੇ ਹੈ। ਇਵੇਂ 2 ਮੂਰਤਾਂ ਜਦੋਂ ਆ 4 ਘੜੀਆਂ ਬੀਤੀਆਂ ਤੇ ਸਮਾਂ ਬਿਤਾਇਆ ਹੈ। ਚੱਲ ਬੁਲਾਰ ਤੇ ਮਾਰ ਗਿਆ ਵਾ। ਰਾਏ ਬੁਲਾਰ ਜਿਹੜਾ ਹੈ ਉਹ ਵੀ ਚੱਲਦਾ ਚਲਾਉਂਦਾ ਉਸੇ ਰਸਤੇ ਆ ਗਿਆ ਹੈ। ਪੇਖ ਚੰਬੋ ਮਨ ਬਿਸਮਾਨਾ। ਵੇਖ ਕੇ ਬੜਾ ਅਚਰਜ ਹੋਇਆ, ਮਨ 'ਚ ਅਚੰਭਾ ਜਿਹਾ ਦੇ ਕੇ ਮਨ ਵਿੱਚ ਅਚਰਜ ਹੈਰਾਨ ਹੋ ਗਿਆ। ਸ਼ੋਰ ਬਹੀਨ ਪਇਓ ਠਹਿਰਾਨਾ। ਐਵੇਂ ਬਿਨਾਂ ਸ਼ੋਰ ਤੋਂ ਖੜਕੇ ਤੋਂ ਆ ਕੇ ਠਹਿਰ ਗਿਆ ਹੈ ਰਾਏ ਬੁਲਾਰ। ਅੱਗੇ ਸਤਿਗੁਰੂ ਮਹਾਰਾਜ ਜੀ ਜਿਵੇਂ ਕਲਾ ਵਿਖਾਉਣਗੇ ਰਾਏ ਬੁਲਾਰ ਨੂੰ, ਫਿਰ ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ ਹੈ। ਦੋਏ ਮਹੂਰਤ ਜਬ ਹੈ ਬਿਤਾਵਾ। ਚੱਲ ਬੁਲਾਰ ਤੇ ਮਾਰ ਗਿਆ ਵਾ। ਪੇਖ ਚੰਬੋ ਮਨ ਬਿਸਮਾਨਾ। ਸ਼ੋਰ ਬਹੀਨ ਪਇਓ ਠਹਿਰਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ, ਹੇ